ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। ਸਨਮਾਨਯੋਗ गुरु सवारे गुरु प्यारे गुरमुख जनो, आप सारिਆਂ ਨੂੰ सिख मिशनरी कॉलेज ਵੱਲੋਂ चल रही इस गुरमुख क्लास ਵਿੱਚ जी आया। हर मंगलवार ਅਸੀਂ ਭੱਟਾਂ ਦੇ ਸਵਈਏ ਸਰਲੇਖ ਹੇਠ ਚ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਦਰਜ ਕੀਤੀ ਗਈ। ਉਹਦੇ ਵਿੱਚੋਂ ਅਸੀਂ ਲੜੀਵਾਰ ਸਵਈਆਂ ਦੀ ਵਿਚਾਰ ਕਰ ਰਹੇ ਹਾਂ। ਕੇਵਲ ਵਿਚਾਰ ਨਹੀਂ ਕਰ ਰਹੇ, ਵਿਆਕਰਨਕ ਨਿਯਮ, ਉਚਾਰਨ, ਲੱਗੀਆਂ ਹੋਈਆਂ ਲਗਾ ਮਾਤਰਾ, ਵਿਸਰਾਮ, ਅਰਥ ਬੋਧ, ਸਾਰਾ ਪੱਖ ਅਸੀਂ ਉਹਦੇ ਚ ਵਿਚਾਰ ਰਹੇ। ਇਹ ਸੇਵਾ ਵੀਰ ਅੰਮ੍ਰਿਤਪਾਲ ਸਿੰਘ ਜੀ ਜੋ ਸਾਡੇ ਤੋਂ ਕਾਫੀ ਜਦੋਂ ਤੋਂ ਅਸੀਂ ਸਵਈਆਂ ਦੀ ਵਿਚਾਰ ਸ਼ੁਰੂ ਕੀਤੀ ਹੋ ਨਿਭਾ ਰਹੇ ਹਾਂ, ਪਰ ਬਹੁਤ ਹੀ ਸੁਚੱਜੇ ਢੰਗ ਨਾਲ ਵਧੀਆ ਢੰਗ ਦੇ ਨਾਲ ਸਾਨੂੰ ਇਹਨਾਂ ਦੀ ਜਾਣਕਾਰੀ ਦੇ ਰਹੇ। ਅੱਜ ਅਸੀਂ ਭੱਟ ਕੀਰਤ ਜੀ ਦੇ ਸਵਈਆਂ ਤੋਂ ਵਿਚਾਰ ਆਰੰਭ ਕਰਨੀ ਹੈ, ਜੋ ਸਵਈਏ ਮਹਿਲੇ ਚੌਥੇ ਕੇ ਦੇ ਸਰਲੇਖ ਹੇਠ ਸਵਈਏ ਹਨ 4 ਤੇ 2 ਸਵਈਏ ਅੱਗੇ ਹੋਰ ਹੋ ਗਏ ਚੌਥੇ ਪਾਤਸ਼ਾਹ ਦੇ ਪੁਸਤਕ ਵਿੱਚ। ਉਸ ਤੋਂ ਬਾਅਦ ਸਵਈਏ ਮਹਿਲੇ ਪੰਜਵੇਂ ਦੇ ਆਰੰਭ ਹੋ ਜਾਣ। तो मैं बेनती कर रहा हाँ वीर अमृतपाल सिंह जी ਨੂੰ ਅੱਜ ਦੀ ਇਹ ਵਿਚਾਰ ਆਰੰਭ ਕਰਨ। ਸਵਈਏ ਮਹਿਲੇ ਚੌਥੇ ਕੇ ਭੱਟ ਕੀਰਤ ਜੀ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨ ਛੋੜਿਓ ਪਾਸ, ਤਾਂ ਤੇ ਗੌਰ ਗਿਆਨ ਪ੍ਰਗਟ ਉਜਾਰਿਓ ਦੁਖ ਦਰਿਦਰ ਅੰਧਿਆਰ ਕੋ ਨਾਸ਼। ਇਸ ਸਵਈਏ ਤੋਂ ਵਿਚਾਰ ਆਰੰਭ ਹੋਏਗੀ। ਵਿਚਾਰ ਕਰ ਰਹੇ ਹਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ ਅਤੇ ਉਹਨਾਂ ਦੀ ਸਮੁੱਚੀ ਵਿਦਵਾਨ ਗੁਰਮੁਖਾਂ ਦੀ ਟੀਮ, ਸਿੱਖ ਮਿਸ਼ਨਰੀ ਕਾਲਜ ਨਾਲ ਜੁੜੇ ਹੋਏ ਸਾਰੇ ਗੁਰਮੁਖ ਜਨ ਸਾਧ ਸੰਗਤ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭੱਟ ਕੀਰਤ ਜੀ ਦੇ ਸਵਈਆਂ ਦੀ ਅੱਜ ਵਿਚਾਰ ਆਰੰਭ ਹੈ, ਜਿਨ੍ਹਾਂ ਦੇ 4 ਸਵਈਏ ਉਚਾਰਨ ਕੀਤੇ ਹੋਏ ਨੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿਫਤ ਦੇ ਵਿੱਚ। ਅੱਜ ਦੀ ਇਸ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਭੱਟ ਕੀਰਤ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਪਹਿਲੇ ਸਵਈਏ ਦਾ ਆਪਾਂ ਪਾਠ ਕਰ ਲਈਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ, ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ, ਦੁਖ ਦਰਿਦਰ ਅੰਧਿਆਰ ਕੋ ਨਾਸ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ, ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ, ਦੁਖ ਦਰਿਦਰ ਅੰਧਿਆਰ ਕੋ ਨਾਸ। ਕਵ ਕੀਰਤ ਜੋ ਸੰਤ ਚਰਨ ਮੁੜ ਲਾਗੈ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ, ਜਿਮ ਅੰਗਦ ਅੰਗ ਸੰਗ ਨਾਨਕ ਗੁਰ, ਤਿਮ ਗੁਰ ਅਮਰਦਾਸ ਕੈ ਗੁਰ ਰਾਮਦਾਸ। ਕਵ ਕੀਰਤ ਜੋ ਸੰਤ ਚਰਨ ਮੁੜ ਲਾਗੈ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ, ਜਿਮ ਅੰਗਦ ਅੰਗ ਸੰਗ ਨਾਨਕ ਗੁਰ, ਤਿਮ ਗੁਰ ਅਮਰਦਾਸ ਕੈ ਗੁਰੂ ਰਾਮਦਾਸ। ਭੱਟ ਕੀਰਤ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ। ਜੀ ਦੀ ਸਿਫਤ ਸਲਾਹ ਦਾ ਇਹ ਪਹਿਲਾ ਸਵਈਆ ਆਪ ਜੀ ਨੇ ਸਰਵਣ ਕੀਤਾ ਹੈ, ਜਿਹਦੇ ਵਿੱਚ ਭੱਟ ਕੀਰਤ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਸ ਜੀਵਨ ਸਮੇਂ ਦਾ ਵਰਣਨ ਕੀਤਾ ਹੈ ਜਦੋਂ ਉਹ
ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਪ੍ਰਵਾਨ ਹੋਏ ਅਤੇ ਕਿਵੇਂ ਪ੍ਰਵਾਨ ਹੋਏ। ਆਰੰਭਤਾ ਦੇ ਵਿੱਚ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ। ਜਿਨ ਦੇ ਨਨੇ ਨੂੰ ਲੱਗ ਗਈ ਸਿਆਰੀ ਤੇ ਇੱਥੇ ਇੱਕ ਵਚਨੀ ਅਰਥ ਦੇਗਾ, ਜਿਸ ਨੇ। ਸ਼ਬਦ ਦੇ ਦੱਦੇ ਨੂੰ ਔਂਕੜ ਹੈ, ਭਾਵ ਇੱਕ ਵਚਨ ਪੁਲਿੰਗ ਨਾਉ ਇਹ ਸ਼ਬਦ ਹੈ ਜਿਹਦਾ ਅਰਥ ਹੈ ਸ਼ਬਦ, ਗਿਆਨ। ਪਰਮ ਪਦ ਪਾਇਓ, ਇੱਥੇ ਪਰਮ ਅਵਸਥਾ ਪਦ ਜਿਹੜਾ ਹੈ ਪਦਵੀ ਦਾ ਇਹ ਸ਼ਬਦ ਹੈਗਾ, ਰੁਤਬਾ, ਜਿਹਨੂੰ ਅਸੀਂ ਪੁਲਿੰਗ ਚ ਰੁਤਬਾ ਕਹਿ ਦਿੰਦੇ ਹਾਂ, ਇਸਤਰੀ ਲਿੰਗ ਚ ਅਸੀਂ ਪਦਵੀ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਹੀ ਪਾਸ, ਪਾਸ ਤੇ ਸੱਸੇ ਨੂੰ ਔਂਕੜ ਹੈ। ਜੇ ਪਾਸ ਤੇ ਸੱਸੇ ਨੂੰ ਸਿਹਾਰੀ ਹੁੰਦੀ ਫਿਰ ਇਹ ਸੰਬੰਧਕ ਬਣ ਜਾਣਾ ਸੀ ਕੋਲ, ਪਾਸ ਮੈਨੇ ਕੋਲ। ਪਰ ਇੱਥੇ ਪਾਸ ਤੇ ਸੱਸੇ ਨੂੰ ਔਂਕੜ ਹੈ, ਇਹਦਾ ਮਤਲਬ ਇਹ ਇੱਕ ਵਚਨ ਪੁਲਿੰਗ ਸ਼ਬਦ ਹੈ ਪਾਸਾ, ਇਹਦਾ ਅਰਥ ਬਣ ਜਾਏਗਾ ਪਾਸਾ ਮੈਨੇ ਸਾਥ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਭਾਵ ਜਿਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ਼ਬਦ ਨੂੰ ਕਮਾ ਕੇ, ਸ਼ਬਦ ਕਮਾ ਕੇ ਉੱਚਾ ਰੁਤਬਾ ਹਾਸਲ ਕੀਤਾ ਹੈ। ਭਾਵ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਮਾਈ ਕੀਤੀ, ਸ਼ਬਦ ਨੂੰ ਕਮਾਇਆ। ਇਹ ਕਿਹੜੀ ਕਮਾਈ ਹੈ? ਆਮ ਤੌਰ ਤੇ ਲੋਕ ਆਖਦੇ ਨੇ ਸਾਡੇ ਮਹਾਂਪੁਰਖਾਂ ਨੇ ਬੜੀ ਕਮਾਈ ਕੀਤੀ ਹੈ, ਜਾਂ ਕੁਝ ਲੋਕ ਸਾਨੂੰ ਪੁੱਛ ਲੈਂਦੇ ਨੇ ਤੁਹਾਡੀ ਕਿੰਨੀ ਕਮਾਈ ਹੈ ਜੀ, ਕਿੰਨੀ ਤੁਸੀਂ ਕਮਾਈ ਕੀਤੀ। ਤੇ ਜਦੋਂ ਉਹਨਾਂ ਨੂੰ ਪੁੱਛੋ ਵੀ ਕਮਾਈ ਦਾ ਅਰਥ ਕੀ ਹੈ, ਉਹ ਆਖਦੇ ਨੇ ਇੱਕ ਸ਼ਬਦ ਦਾ ਰਟਨ ਕਰੀ ਜਾਣਾ ਇਹ ਕਮਾਈ ਹੈ। ਕਿੰਨੇ ਘੰਟੇ ਤੁਸੀਂ ਇੱਕ ਸ਼ਬਦ ਦਾ ਰਟਨ ਕਰਦੇ ਹੋ। ਜਾਂ ਸਾਡੇ ਮਹਾਂਪੁਰਖਾਂ ਦੀ ਬੜੀ ਕਮਾਈ ਹੈ, ਉਹਨਾਂ ਨੇ ਭੋਰ ਚ ਬੈਠ ਕੇ ਇੰਨੇ ਸਾਲ ਤਪ ਕੀਤਾ, ਇੰਨੇ ਸਾਲ ਜਪ ਕੀਤਾ, ਰਟਨ ਕੀਤਾ। ਜੇ ਇਸ ਤਰ੍ਹਾਂ ਭੋਰਿਆਂ ਚ ਬੈਠ ਕੇ ਇੱਕ ਸ਼ਬਦ ਦਾ ਰਟਨ ਕਮਾਈ ਹੁੰਦਾ ਤੇ ਜੋਗੀ ਇਹ ਕੁਝ ਕਰ ਹੀ ਰਹੇ ਸਨ ਜੰਗਲਾਂ ਪਹਾੜਾਂ ਦੇ ਵਿੱਚ, ਭੋਰਿਆਂ ਗੁਫਾਵਾਂ ਚ ਬੈਠ ਕੇ। ਤੇ ਸਤਿਗੁਰੂ ਪਾਤਸ਼ਾਹ ਨੂੰ ਲੋੜ ਨਹੀਂ ਸੀ ਕਿ ਉਹਨਾਂ ਨੂੰ ਉੱਥੋਂ ਕੱਢ ਕੇ ਲਿਆ ਕੇ ਦੁਨੀਆ ਨਾਲ ਜੋੜਨ ਦੀ। ਸ਼ੋ ਸੁਹਾਗਣ ਵਰਗਿਆਂ ਨੂੰ ਭੋਰਿਆਂ ਚੋਂ ਬਾਹਰ ਨਹੀਂ ਸੀ ਕੱਢਣਾ, ਫਿਰ ਉਹ ਕਮਾਈ ਕਰ ਹੀ ਰਹੇ ਸਨ। ਜੇ ਇਹਦਾ ਨਾਮ ਕਮਾਈ ਹੈ, ਕਮਾਈ ਇਹਦਾ ਨਾਮ ਨਹੀਂ ਹੈ। ਕਮਾਈ ਆਖਦੇ ਨੇ ਖੱਟਣ ਨੂੰ, ਵਿੱਚ ਕੁਝ ਖੱਟਿਆ, ਪੂੰਜੀ ਲਾ ਕੇ ਕੁਝ ਨਫਾ ਲਿਆ, ਬੈਨੀਫਿਟ ਲਿਆ, ਕੁਝ ਲਾਭ ਲਿਆ, ਉਹਨੂੰ ਕਹਿੰਦੇ ਨੇ ਕਮਾਈ ਕੀਤੀ। ਸ਼ਬਦ ਕਮਾਉਣ ਦਾ ਭਾਵ ਹੈ ਸ਼ਬਦ ਵਿੱਚੋਂ ਕੁਝ ਖੱਟਿਆ, ਕੁਝ ਲਿਆ, ਕੁਝ ਲਾਭ ਲਿਆ, ਸ਼ਬਦ ਦੇ ਵਿੱਚੋਂ ਮੁਨਾਫਾ ਹਾਸਲ ਕੀਤਾ, ਨਫਾ ਲਿਆ। ਤੇ ਸ਼ਬਦ ਕਮਾਉਣ ਦਾ ਅਰਥ ਹੈ ਗੁਰੂ ਦੇ ਸ਼ਬਦ ਵਿੱਚੋਂ, ਭਾਵ ਗੁਰੂ ਦੇ ਗਿਆਨ ਦੇ ਵਿੱਚੋਂ ਕੁਝ ਸਿੱਖਿਆ ਲੈ ਲਈ, ਉਪਦੇਸ਼ ਲੈ ਕੇ ਉਹਨੂੰ ਜੀਵਨ ਵਿੱਚ ਕਮਾ ਲਿਆ। ਕਮਾਉਣਾ ਹੈ ਗੁਰੂ ਦਾ ਹੁਕਮ, ਕਮਾਉਣਾ ਹੈ ਗੁਰੂ ਦਾ ਉਪਦੇਸ਼। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਤਿਗੁਰੂ ਪਾਤਸ਼ਾਹ ਦਾ ਉਪਦੇਸ਼ ਕਮਾਇਆ, ਭਾਵ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋ ਗੁਰੂ ਨੇ ਕਿਹਾ ਸ਼ਬਦ ਉਪਦੇਸ਼, ਉਹਨੂੰ ਪ੍ਰੈਕਟੀਕਲ ਕੀਤਾ, ਉਹਨੂੰ ਜੀਵਨ ਦੇ ਵਿੱਚ ਲੈ ਕੇ ਆਂਦਾ। ਇਹਨੂੰ ਕਹਿੰਦੇ ਨੇ ਕਮਾਈ ਕਰਨੀ। ਕੋਈ ਸ਼ਬਦ ਤੇ ਪੜ੍ਹੀ ਜਾਏ ਕਿ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ, ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ, ਪੜ੍ਹੀ ਜਾਏ ਔਰ 1 ਘੰਟਾ ਪੜ੍ਹੀ ਜਾਏ, 2 ਘੰਟੇ ਪੜ੍ਹੀ ਜਾਏ, 1 ਲੱਖ ਵਾਰ ਜਾਪ ਕਰ ਲਵੇ, ਤੇ ਇਹ ਕਮਾਈ ਨਹੀਂ ਵੀ ਮੈਂ ਕਮਾਈ ਕਰ ਲਈ ਹੁਣ ਇਸ ਤੁਕ ਦੀ ਕਿ ਮੈਂ 1 ਲੱਖ ਵਾਰ ਇਹਨੂੰ ਪੜ੍ਹ ਲਿਆ। ਕਮਾਈ ਉਦੋਂ ਮੰਨੀ ਜਾਏਗੀ ਜਦੋਂ ਇਹਦੇ ਵਿੱਚੋਂ ਲਾਭ ਖੱਟਿਆ ਜਾਏਗਾ, ਉਹ ਹੈ ਕਮਾਈ। ਕਿ ਜਦੋਂ ਜ਼ਿੰਦਗੀ 'ਚ ਐਸਾ ਮੌਕਾ ਆਇਆ ਜਿਸ ਮੌਕੇ ਸੱਚ ਬੋਲਣਾ ਸੀ, ਝੂਠ ਬੋਲਣ ਲੱਗਿਆ, ਉਦੋਂ ਗੁਰੂ ਦੇ ਗਿਆਨ ਨੇ ਲਾਹਾ ਦੇ ਦਿੱਤਾ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਸੱਚ ਬੋਲੋ ਝੂਠ ਨਾ ਬੋਲੋ। ਜਦੋਂ ਸੱਚ ਬੋਲਿਆ ਇਹਦਾ ਮਤਲਬ ਉਸ ਸ਼ਬਦ ਨੂੰ ਹੁਣ ਕਮਾ ਲਿਆ। ਜਿਹੜਾ ਸ਼ਬਦ ਪੜਿਆ ਸੀ ਉਹਦੀ ਕਮਾਈ ਕਰ ਲਈ, ਖੱਟੀ ਕਰ ਲਈ, ਨਫਾ ਲੈ ਲਿਆ ਦੇ ਵਿੱਚੋਂ। ਹੁਣ ਕਮਾਈ ਇਹਨੂੰ ਕਹਿੰਦੇ ਨੇ। ਸ਼ਬਦ ਨੂੰ ਕਮਾਉਣ ਦਾ ਭਾਵ ਸ਼ਬਦ ਮੁਤਾਬਕ ਜ਼ਿੰਦਗੀ ਨੂੰ ਜਿਉਣਾ। ਸ਼ਬਦ ਪੜਿਆ ਤੇ ਸੀ ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ, ਪਰ ਕਮਾਈ ਉਦਣ ਹੋਈ ਜਿਸ ਦਿਨ ਗਰੀਬ ਦਾ ਹੱਕ ਨਹੀਂ ਮਾਰਿਆ, ਸੱਚੀ ਸੁੱਚੀ ਕਿਰਤ ਕਮਾਈ ਕਰਕੇ ਆਪਣੇ ਹੱਕ ਦੀ ਕਮਾਈ ਕਰ ਲੈ ਕੇ ਆਇਆ, ਉਸ ਦਿਨ ਉਹਨੇ ਇਸ ਤੁਕ ਨੂੰ ਕਮਾ ਲਿਆ। ਸ਼ਬਦ ਕਮਾਉਣ ਦਾ ਮਤਲਬ ਇਹ ਹੈ।
ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ਼ਬਦ ਕਮਾਇਆ, ਜੋ ਗੁਰੂ ਨੇ ਉਪਦੇਸ਼ ਦਿੱਤਾ ਉਹਦੀ ਕਮਾਈ ਕੀਤੀ, ਭਾਵ ਉਹਨੂੰ ਜ਼ਿੰਦਗੀ 'ਚ ਅਮਲ ਵਿੱਚ ਲੈ ਕੇ ਆਂਦਾ, ਪ੍ਰੈਕਟੀਕਲ ਕੀਤਾ। ਜਿਨ ਸ਼ਬਦ ਕਮਾਏ, ਜਿਸ ਗੁਰੂ ਰਾਮਦਾਸ ਸਾਹਿਬ ਜੀ ਨੇ ਗਿਆਨ ਕਮਾ ਲਿਆ, ਗੁਰੂ ਦੇ ਉਪਦੇਸ਼ ਨੂੰ ਪ੍ਰੈਕਟੀਕਲ ਜ਼ਿੰਦਗੀ 'ਚ ਜੀ ਲਿਆ, ਅਮਲ ਵਿੱਚ ਲੈ ਆਂਦਾ, ਤੇ ਉਸ ਅਮਲਤਾ ਨੇ ਕੀ ਕੀਤਾ? ਜਦੋਂ ਗੁਰੂ ਨੇ ਕਿਹਾ ਝੂਠ ਨਾ ਬੋਲੋ, ਸੱਚ ਬੋਲੋ, ਉਹਨਾਂ ਨੇ ਸੱਚ ਬੋਲਿਆ ਤੇ ਉਹਨਾਂ ਦੀ ਇੱਜ਼ਤ ਵੱਧ ਗਈ। ਗੁਰੂ ਨੇ ਕਿਹਾ ਕਿ ਨਿੰਦਾ ਨਾ ਕਰੋ, ਸਿਫਤ ਕਰੋ, ਨਾ ਸਿਫਤ ਕੀਤੀ, ਉਹਨਾਂ ਦਾ ਸਤਿਕਾਰ ਵੱਧ ਗਿਆ। ਗੁਰੂ ਨੇ ਕਿਹਾ ਹੱਕ ਦੀ ਕਮਾਈ ਖਾਓ, ਗੁਰੂ ਰਾਮਦਾਸ ਪਾਤਸ਼ਾਹ ਜੀ ਹੱਕ ਦੀ ਕਮਾਈ ਖਾਂਦੇ ਰਹੇ, ਦੁਕਾਨਦਾਰੀ ਕਰਦੇ ਰਹੇ, ਉਹਨਾਂ ਦਾ ਸਤਿਕਾਰ ਵੱਧ ਗਿਆ। ਪਰਮ ਅਵਸਥਾ ਮਿਲ ਗਈ, ਉੱਚਾ ਰੁਤਬਾ ਪ੍ਰਾਪਤ ਹੋ ਗਿਆ। ਭਾਵ ਜਦੋਂ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਨੂੰ ਜੀਵਿਆ, ਉਦੋਂ ਜ਼ਿੰਦਗੀ ਸੁਧਰ ਗਈ, ਜ਼ਿੰਦਗੀ ਸੋਹਣੀ ਬਣ ਗਈ, ਉਦੋਂ ਜੀਵਨ ਜਿਹੜਾ ਪਰਮ ਅਵਸਥਾ ਵਿੱਚ ਚਲਾ ਗਿਆ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਜਿਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਦੇ ਸ਼ਬਦ ਨੂੰ ਕਮਾ ਕੇ, ਭਾਵ ਆਪਣੇ ਅਮਲੀ ਜੀਵਨ ਵਿੱਚ ਧਾਰਨ ਕਰਕੇ ਉੱਚੀ ਅਵਸਥਾ ਹਾਸਲ ਕਰ ਲਈ। ਸੇਵਾ ਕਰਤ ਨਾ ਛੋੜਿਓ ਪਾਸ, ਆ ਸੀ ਸੇਵਾ ਗੁਰੂ ਸ਼ਬਦ ਦੀ ਕਮਾਈ। ਆ ਜਦੋਂ ਸੇਵਾ ਕੀਤੀ ਤੇ ਸੇਵਾ ਕਰਦਿਆਂ ਹੋਇਆਂ ਗੁਰੂ ਅਮਰਦਾਸ ਪਾਤਸ਼ਾਹ ਦਾ ਪਾਸਾ ਨਹੀਂ ਛੱਡਿਆ, ਸਾਥ ਨਹੀਂ ਛੱਡਿਆ। ਆ ਸੇਵਾ ਕੀਤੀ ਗੁਰੂ ਦੀ। ਜਿਹਨੇ ਗੁਰੂ ਦੀ ਸੇਵਾ ਕਰਨੀ ਹੈ, ਉਹਨੂੰ ਗੁਰੂ ਦੇ ਹੁਕਮ ਨੂੰ ਕਮਾਉਣਾ ਪੈਣਾ। ਆ ਸੇਵਾ ਹੈ ਗੁਰੂ ਦੀ। ਅਸੀਂ ਬਹੁਤ ਵਾਰੀ ਗੁਰਬਾਣੀ 'ਚ ਇਸ ਤਰ੍ਹਾਂ ਦੇ ਸ਼ਬਦ ਪੜ੍ਹਦੇ ਹਾਂ, ਮੈਂ ਕਿਹਦੀ ਸੇਵਾ ਕਰਾਂ, ਕਿਵੇਂ ਸੇਵਾ ਕਰਾਂ, ਕਿਹੜਾ ਜਪ ਕਰਾਂ, ਕਿਉਂ ਨਾ ਗੁਰੂ ਨੂੰ ਪੁੱਛ ਲਵਾਂ ਤੇ ਗੁਰੂ ਦੇ ਹੁਕਮ ਨੂੰ ਆਪਣੀ ਜ਼ਿੰਦਗੀ 'ਚ ਮੰਨ ਲਵਾਂ। ਆ ਸੇਵਾ ਹੈ। ਕਿਸ ਹੋਂ ਸੇਵੀ ਕਿਆ ਜਪ ਕਰੀ, ਸਤਿਗੁਰੂ ਪੁੱਛੋਂ ਜਾਏ, ਸਤਿਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ। ਜਦੋਂ ਆਪਣੇ ਆਪੇ ਨੂੰ ਮਿਟਾ ਕੇ ਗੁਰੂ ਦੇ ਹੁਕਮ ਨੂੰ ਮੰਨ ਲਿਆ, ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ। ਆ ਹੈ ਗੁਰੂ ਦੀ ਸੇਵਾ, ਆ ਹੈ ਗੁਰੂ ਦੀ ਚਾਕਰੀ, ਗੁਰੂ ਦੇ ਹੁਕਮ ਨੂੰ ਮੰਨ ਲੈਣਾ। ਆਪਣੇ ਆਪੇ ਨੂੰ ਮਿਟਾ ਕੇ ਗੁਰੂ ਉਪਦੇਸ਼ ਨੂੰ ਜ਼ਿੰਦਗੀ 'ਚ ਧਾਰਨ ਕਰਨਾ ਹੀ ਗੁਰੂ ਦੀ ਸੇਵਾ ਹੈ। ਇਹ ਸ੍ਰੇਸ਼ਟ ਸੇਵਾ ਹੈ। ਸਤਿਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ, ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ। ਨਾਮੇ ਹੀ ਤੇ ਸੁਖ ਪਾਈਐ, ਸੱਚਾ ਸ਼ਬਦ ਸੁਹਾਏ। ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਸ੍ਰੇਸ਼ਟ ਹੈ। ਮਨ ਰੇ ਸਤਿਗੁਰੂ ਸੇਵਾ ਸਾਰ, ਸਾਰ ਮੈਨੇ ਸ੍ਰੇਸ਼ਟ। ਇਹ ਮੇਰੇ ਮਨ, ਗੁਰੂ ਦੀ ਸੇਵਾ ਸ੍ਰੇਸ਼ਟ ਹੈ। ਕਰੇ ਦਇਆ ਪ੍ਰਭ ਆਪਣੀ, ਇੱਕ ਨਿਮਖ ਨਾ ਮਨੋ ਵਿਸਾਰ। ਜਦੋਂ ਗੁਰੂ ਦਇਆ ਕਰਦਾ ਹੈ, ਇੱਕ ਪ੍ਰਭੂ ਨੂੰ ਇੱਕ ਪਲ ਵੀ ਆਪਣੇ ਜ਼ਿੰਦਗੀ 'ਚ ਭੁਲਾ ਨਾ, ਇਹ ਗੁਰੂ ਦੀ ਤੇਰੀ ਸੇਵਾ ਪ੍ਰਵਾਨ ਹੋ ਜਾਏਗੀ। ਆ ਹੈ ਸੇਵਾ। ਭਾਈ ਰੇ ਦਾਸਨ ਦਾਸਾ ਹੋਏ, ਗੁਰੂ ਕੀ ਸੇਵਾ ਗੁਰੂ ਭਗਤ ਹੈ, ਬਿਰਲਾ ਪਾਏ ਕੋਈ। ਗੁਰੂ ਦੀ ਸੇਵਾ ਹੈ ਗੁਰੂ ਦੀ ਭਗਤੀ ਕਰਨੀ, ਤੇ ਕੋਈ ਬਿਰਲਾ ਪ੍ਰਾਪਤ ਕਰਦਾ ਇਸ ਸੇਵਾ ਨੂੰ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਜਿਹਨੇ ਗੁਰੂ ਦੀ ਸੇਵਾ ਕਰਨੀ ਹੈ, ਉਹਨੂੰ ਸ਼ਬਦ ਦੀ ਵਿਚਾਰ ਕਰਨੀ ਪਏਗੀ, ਹਉਮੈ ਨੂੰ ਮਾਰ ਕੇ ਆਪਣੀ ਕਰਨੀ ਸ੍ਰੇਸ਼ਟ ਕਰਨੀ ਪਏਗੀ, ਗੁਰੂ ਦੇ ਮੁਤਾਬਕ ਜ਼ਿੰਦਗੀ ਨੂੰ ਜਿਉਣਾ ਪਏਗਾ। ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਸੇਵਾ ਕੀਤੀ। ਉਹਨਾਂ ਹੱਕ ਦੀ ਕਮਾਈ ਕੀਤੀ, ਦੁਕਾਨਦਾਰੀ ਕੀਤੀ, ਕਿਰਤ ਕੀਤੀ, ਨਾਲ ਨਾਲ ਬੋਇਲੀ ਸਾਹਿਬ, ਗੋਇੰਦਵਾਲ ਸਾਹਿਬ ਸੇਵਾ ਚੱਲ ਰਹੀ ਹੈ, ਉਸਾਰੀ ਚੱਲ ਰਹੀ ਹੈ ਨਗਰ ਦੀ। ਬੇਘਰਿਆਂ ਨੂੰ ਸਤਿਗੁਰੂ ਘਰ ਬਣਾ ਕੇ ਦੇ ਰਹੇ ਨੇ, ਬੇਰੁਜ਼ਗਾਰਾਂ ਨੂੰ ਦੁਕਾਨਾਂ ਖੋਲ ਕੇ ਦੇ ਰਹੇ ਨੇ, ਵਿੱਚ ਸਮਾਨ ਪਾ ਕੇ ਦੇ ਰਹੇ ਨੇ। ਇਹਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਹਿੱਸਾ ਆਪਣਾ ਪਾਇਆ। ਨਾਲ ਨਾਲ ਗੁਰੂ ਦੇ ਹੁਕਮ ਨੂੰ ਕਮਾਇਆ। ਸੇਵਾ ਕਰਤ ਨਾ ਛੋੜਿਓ ਪਾਸ, ਆ ਗੁਰੂ ਦੀ ਸੇਵਾ ਗਿਆਨ ਹਾਸਲ ਕਰਕੇ ਅਮਲ ਕਰਨ ਦੀ ਸੇਵਾ ਜਿਹੜੀ ਹੈ, ਇਹ ਕਰਦਿਆਂ ਕਰਦਿਆਂ ਉਹਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਦਾ ਸਾਥ ਨਹੀਂ ਛੱਡਿਆ। ਤੇ ਉਸ ਸੇਵਾ ਸਦਕਾ ਕੀ ਹੋਇਆ? ਉਸ ਸ਼ਬਦ ਨੇ ਕੀ ਕੀਤਾ? ਉਸ ਸ਼ਬਦ ਨੇ ਗਿਆਨ ਦੇ ਦਿੱਤਾ। ਸੁਭਾਵਕ ਸਿੱਖ ਸ਼ਬਦ ਨੂੰ ਗੁਰੂ ਮੰਨਦਾ ਹੈ, ਸ਼ਬਦ ਨੂੰ ਮੱਥਾ ਟੇਕਦਾ ਹੈ। ਸ਼ਬਦ ਨੂੰ ਵਿਚਾਰਨ ਤੋਂ ਬਿਨਾਂ ਕੀ ਕਰਾਂਗੇ? ਸ਼ਬਦ ਨੂੰ ਤੇ ਵਿਚਾਰਿਆ ਹੀ ਜਾ ਸਕਦਾ ਨਾ, ਹੋਰ ਤੇ ਕੋਈ ਕੁਝ ਨਹੀਂ ਕੀਤਾ ਜਾ ਸਕਦਾ। ਸ਼ਬਦ ਨੂੰ ਪੜ੍ਹਿਆ ਜਾ ਸਕਦਾ, ਵਿਚਾਰਿਆ ਜਾ ਸਕਦਾ, ਤੇ ਜਿਹੜਾ ਸ਼ਬਦ ਨੂੰ ਵਿਚਾਰਦਾ ਹੈ ਉਹ ਗਿਆਨਵਾਨ ਹੋ ਜਾਂਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਨੇ ਸ਼ਬਦ ਨੂੰ ਕਮਾਇਆ, ਉਸ ਸ਼ਬਦ ਵਿੱਚੋਂ ਗਿਆਨ ਪ੍ਰਗਟ ਹੋਇਆ। ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ। ਤਾਤੇ, ਤਾਤੇ ਨਹੀਂ, ਤਾਤੇ ਮੈਨੇ ਉਸ ਤੋਂ, ਉਸ ਸ਼ਬਦ ਤੋਂ। ਤਾ ਮੈਨੇ ਉਸ, ਇਹ ਯੋਜਕ ਨਹੀਂ ਹੈ, ਕੰਜੰਕਸ਼ਨ ਨਹੀਂ ਹੈ। ਤਾ ਇੱਥੇ ਪ੍ਰਨਾਉਨ ਹੈ, ਪ੍ਰਨਾਉਨ ਹੈ। ਤਾਤੇ ਮੈਨੇ ਉਸ ਤੇ, ਉਸ ਸ਼ਬਦ ਤੋਂ ਕੀ ਹੋਇਆ? ਗੌਹਰ ਗਿਆਨ ਪ੍ਰਗਟ ਉਜਿਆਰੋ। ਗਿਆਨ ਰੂਪੀ ਗੌਹਰ ਪ੍ਰਗਟ ਹੋਇਆ। ਗੌਹਰ ਮੈਨੇ ਮੋਤੀ,
ਇਹ ਫਾਰਸੀ ਦਾ ਸ਼ਬਦ ਹੈ। ਉਸ ਸ਼ਬਦ ਦੇ ਵਿੱਚੋਂ ਗਿਆਨ ਪ੍ਰਗਟ ਹੋਇਆ, ਗੌਹਰ ਕੀਮਤੀ ਮੋਤੀ ਪ੍ਰਗਟ ਹੋ ਗਿਆ। ਇਸੇ ਕਰਕੇ ਗੁਰੂ ਨੂੰ ਗੌਹਰ ਦਰਿਆਓ ਵੀ ਕਿਹਾ। ਅਸੀਂ ਜਦੋਂ ਗੁਰੂ ਰਾਮ ਅਮਰਦਾਸ ਪਾਤਸ਼ਾਹ ਦੇ ਸਵਈਏ ਪਿੱਛੇ ਵਿਚਾਰ ਕੇ ਗਏ ਆ, ਉਹਦੇ ਵਿੱਚ ਇੱਕ ਤੁਕ ਆਈ ਸੀ, ਗੁਰ ਗੌਹਰ ਦਰਿਆਓ ਪਲਕ ਡੁਬੰਤੇ ਅੰਤਾਰੈ। ਗੁਰੂ ਜਿਹੜਾ ਹੈ ਨਾ, ਉਹ ਗੌਹਰ ਦਰਿਆਓ ਭਾਵ ਮੋਤੀਆਂ ਦਾ ਦਰਿਆ ਹੈ, ਮੋਤੀਆਂ ਨਾਲ ਭਰਿਆ ਪਿਆ, ਤੇ ਜਿਹੜਾ ਚੁੱਭੀ ਮਾਰਦਾ ਹੈ ਉਹ ਵਿੱਚੋਂ ਮੋਤੀ ਕੱਢ ਲਿਆਂਦਾ ਹੈ। ਸ਼ਬਦ ਉਹ ਦਰਿਆ ਹੈ, ਗੁਰੂ ਸ਼ਬਦ ਉਹ ਸਮੁੰਦਰ ਹੈ, ਉਹ ਦਰਿਆ ਹੈ ਜਿਹੜਾ ਮੋਤੀਆਂ ਨਾਲ ਭਰਿਆ ਹੈ। ਉਸ ਸ਼ਬਦ ਦੇ ਵਿੱਚ ਚੁੱਭੀ ਮਾਰੀ ਗੁਰੂ ਰਾਮਦਾਸ ਸਾਹਿਬ ਜੀ ਨੇ, ਤੇ ਉਹਦੇ ਵਿੱਚੋਂ ਮੋਤੀ ਪ੍ਰਗਟ ਹੋਇਆ ਗਿਆਨ। ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ, ਗਿਆਨ ਪ੍ਰਗਟ ਹੋ ਗਿਆ। ਆਇਆ ਨਹੀਂ ਕਿਤੋਂ, ਪ੍ਰਗਟ ਹੋਇਆ। ਆਉਣ ਦੇ ਵਿੱਚ ਤੇ ਪ੍ਰਗਟ ਹੋਣ 'ਚ ਫਰਕ ਹੈ। ਸ਼ਬਦ ਵਿੱਚ ਗਿਆਨ ਪਹਿਲਾਂ ਹੀ ਹੈ, ਪਰ ਜਦੋਂ ਉਹਨੂੰ ਸਮਝਿਆ ਉਦੋਂ ਪ੍ਰਗਟ ਹੋ ਗਿਆ। ਆਇਆ ਨਹੀਂ, ਆਉਣਾ ਹੋਰ ਚੀਜ਼ ਹੈ, ਪ੍ਰਗਟ ਹੋਣਾ ਹੋਰ ਚੀਜ਼ ਹੈ। ਮੰਨ ਲਓ ਕੋਈ ਕਮਰੇ 'ਚ ਆਏ, ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਕਮਰੇ 'ਚ ਆਇਆ, ਪਰ ਜੇ ਕੋਈ ਚੀਜ਼ ਪਹਿਲਾਂ ਹੀ ਕਮਰੇ 'ਚ ਪਈ ਹੋਵੇ, ਪੁੱਥੀ ਗੁਰਬਾਣੀ ਦੀ ਕਮਰੇ 'ਚ ਪਈ ਹੋਵੇ, ਹਨੇਰਾ ਹੋਵੇ, ਅਸੀਂ ਲਾਈਟ ਜਗਾ ਲਈਏ, ਰੋਸ਼ਨੀ ਹੋ ਜਾਏ, ਤੇ ਸਾਨੂੰ ਪੋਥੀ ਨਜ਼ਰ ਆਉਣ ਲੱਗ ਜਾਂਦੀ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਪੋਥੀ ਹੁਣ ਬਾਹਰੋਂ ਆ ਗਈ, ਪਹਿਲਾਂ ਹੀ ਇੱਥੇ ਸੀ, ਪ੍ਰਗਟ ਹੋ ਗਈ। ਸ਼ਬਦ ਵਿੱਚ ਗਿਆਨ ਭਰਪੂਰ ਹੈ ਗੁਰੂ ਦਾ, ਪਰ ਜਦੋਂ ਸ਼ਬਦ ਨੂੰ ਕਮਾਇਆ, ਵਿਚਾਰਿਆ, ਸਮਝਿਆ, ਵਿੱਚੋਂ ਗਿਆਨ ਪ੍ਰਗਟ ਹੋ ਗਿਆ। ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ, ਤੇ ਮੋਤੀ ਨੇ ਉਜਿਆਰਾ ਦੇ ਦਿੱਤਾ, ਰੋਸ਼ਨੀ ਦੇ ਦਿੱਤੀ। ਮੋਤੀ ਚਮਕ ਉੱਠਿਆ ਗਿਆਨ ਦਾ, ਉਜਿਆਰੋ ਮੈਨੇ ਰੋਸ਼ਨੀ ਦੇ ਦਿੱਤੀ। ਹੁਣ ਕੀ ਹੋਇਆ, ਉਸ ਗੁਰੂ ਤੋਂ ਮੋਤੀ ਵੱਤ ਉਜਲ ਗਿਆਨ ਦਾ ਚਾਨਣਾ ਪ੍ਰਗਟ ਹੋਇਆ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਤਰ੍ਹਾਂ ਇਸ ਤੁਕ ਦਾ ਅਰਥ ਦਿੱਤਾ ਹੈ। ਤਾਤੇ ਮੈਨੇ ਉਸ ਤੋਂ, ਉਸ ਗੁਰੂ ਤੋਂ, ਉਸ ਸ਼ਬਦ ਗੁਰੂ ਤੋਂ ਗੌਹਰ ਗਿਆਨ ਪ੍ਰਗਟ ਉਜਿਆਰੋ, ਗਿਆਨ ਰੂਪੀ ਮੋਤੀ ਦਾ ਚਾਨਣ ਪ੍ਰਗਟ ਹੋ ਗਿਆ। ਜਿਵੇਂ ਮੋਤੀ ਚਮਕਦਾ ਹੈ, ਬਸ ਗਿਆਨ ਦੇ ਵੀ ਪ੍ਰਕਾਸ਼ ਹੈ, ਗਿਆਨ ਦੀ ਵੀ ਰੋਸ਼ਨੀ ਹੈ। ਤੇ ਉਸ ਗਿਆਨ ਦੀ ਰੋਸ਼ਨੀ ਨੇ ਕੀ ਕੀਤਾ, ਦੁੱਖ ਦਰਿਦ੍ਰ ਅੰਧਿਆਰ ਕੋ ਨਾਸ, ਦੁੱਖ ਖਾ ਮੁਕਤਾ ਹੈ। ਇਹਦਾ ਮਤਲਬ ਸਾਰੇ ਦੁੱਖ, ਦਰਿਦ੍ਰ ਆਖਰੀ ਰਾਰਾ ਮੁਕਤਾ ਹੈ। ਸਾਰੇ ਦਰਿਦ੍ਰ, ਜਿੰਨੇ ਵੀ ਦੁੱਖ ਤੇ ਦਰਿਦ੍ਰ ਸਨ, ਅੰਧਿਆਰ ਤੇ ਹਨੇਰੇ ਸਨ, ਉਹਨਾਂ ਦਾ ਵਿਸ਼ੇਸ਼ਣ ਅੰਧਿਆਰ, ਉਹ ਵੀ ਰਾਰਾ ਮੁਕਤਾ ਆ ਗਿਆ। ਦੁੱਖਾਂ ਦੇ ਹਨੇਰੇ, ਦਰਿਦਰਾਂ ਦੇ ਹਨੇਰੇ ਜਿਹੜੇ ਸਨ, ਦੁੱਖ ਦਰਿਦ੍ਰ ਅੰਧਿਆਰ ਕੋ ਨਾਸ, ਇਹਨਾਂ ਹਨੇਰਿਆਂ ਦਾ ਨਾਸ਼ ਹੋ ਗਿਆ। ਜਿਵੇਂ ਮੋਤੀ ਚਮਕ ਉੱਠਦਾ, ਹਨੇਰਾ ਮੁੱਕ ਜਾਂਦਾ, ਬਸ ਗੁਰੂ ਗਿਆਨ ਰੂਪੀ ਮੋਤੀ ਚਮਕਿਆ ਤੇ ਦੁੱਖਾਂ ਦਰਿਦਰਾਂ ਦਾ ਹਨੇਰਾ ਉਹ ਨਾਸ਼ ਹੋ ਗਿਆ। ਗੁਰੂ ਇਹੀ ਕੰਮ ਕਰਦਾ, ਪ੍ਰਕਾਸ਼ ਕਰਦਾ। ਗੂ ਦਾ ਮਤਲਬ ਹਨੇਰਾ, ਰੂ ਦਾ ਮਤਲਬ ਉਹਨੂੰ ਹਨੇਰੇ ਨੂੰ ਖਾ ਜਾਣ ਵਾਲਾ, ਪ੍ਰਕਾਸ਼। ਗੁਰੂ ਮੈਨੇ ਪ੍ਰਕਾਸ਼। ਜਦੋਂ ਗੁਰੂ ਗਿਆਨ ਪ੍ਰਗਟ ਹੋਇਆ, ਉਹਨੇ ਹਨੇਰੇ ਨੂੰ ਖਤਮ ਕਰ ਦਿੱਤਾ। ਕਵ ਕੀਰਤ ਜੋ ਸੰਤ ਚਰਨ ਮੁੜ ਲਾਗੇ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ। ਕਵ ਕੀਰਤ, ਇੱਥੇ ਕਵ ਦਾ ਭਾਵ ਕਵੀ। ਕਵੀ ਆਪਣੀ ਮੌਲਿਕ ਸਿਆਰੀ ਜਿਹੜੀ ਨਾਲ ਲੈ ਕੇ ਸ਼ਬਦ ਆਇਆ, ਇਸ ਕਰਕੇ ਬਾਬੇ ਨੂੰ ਇੱਥੇ ਸਿਆਰੀ ਲੱਗੀ ਹੋਈ ਹੈ। ਕੀਰਤ, ਇੱਥੇ ਭੱਟ ਕੀਰਤ ਦਾ ਇਹ ਨਾਮ ਹੈਗਾ, ਤੇ ਤੱਤੇ ਨੂੰ ਔਂਕੜ ਆਣੀ ਚਾਹੀਦੀ ਸੀ, ਕਿਉਂਕਿ ਇੱਕ ਵਚਨ ਪੁਲਿੰਗ ਸ਼ਬਦ ਹੈ। ਪਰ ਜੇ ਇੱਕ ਵਚਨ ਪੁਲਿੰਗ ਸ਼ਬਦ ਦੇ ਔਂਕੜ ਨਾ ਆਵੇ, ਤੇ ਉਹਦੇ ਤਿੰਨ ਕਾਰਨ ਹੋ ਸਕਦੇ ਨੇ। ਪਹਿਲਾ ਕਾਰਨ ਉਹ ਬਹੁਵਚਨ ਹੋ ਸਕਦਾ ਹੈ। ਇੱਥੇ ਭੱਟ ਕੀਰਤ ਬਹੁਤੇ ਨਹੀਂ ਹਨ, ਭੱਟ ਕੀਰਤ ਇੱਕੋ ਹੀ ਹੈ। ਦੂਜਾ ਕਾਰਨ, ਅੱਗੇ ਉਹਦੇ ਕੋਈ ਸੰਬੰਧਕ ਲੱਗਿਆ ਹੋ ਸਕਦਾ ਹੈ, ਪ੍ਰੈਪੋਜੀਸ਼ਨ ਹੋ ਸਕਦੀ ਹੈ, ਕੀਰਤ ਨੇ, ਕੀਰਤ ਦਾ, ਕੀਰਤ ਨੂੰ, ਪਰ ਉਹ ਵੀ ਨਹੀਂ ਹੈ, ਨਾ ਲੁਪਤ ਨਾ ਪ੍ਰਗਟ। ਤੀਜਾ ਕਾਰਨ ਸੰਬੋਧਨ ਹੋ ਸਕਦਾ ਹੈ, ਹੇ ਕੀਰਤ। ਹੁਣ ਇੱਥੇ ਸੰਬੋਧਨ ਹੈ, ਕਵ ਕੀਰਤ ਭਾਵ ਹੇ ਕਵੀ ਕੀਰਤ, ਜੋ ਸੰਤ ਚਰਨ ਮੁੜ ਲਾਗੇ। ਜਿਹੜੇ ਸੰਤ ਦੇ ਚਰਨਾਂ 'ਚ, ਇੱਥੇ ਸੰਤ ਦਾ ਭਾਵ ਗੁਰੂ ਰਾਮਦਾਸ ਪਾਤਸ਼ਾਹ ਸੰਤ, ਜਿਹੜੇ ਮਨੁੱਖ ਉਸ ਸੰਤ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਲੱਗ ਜਾਂਦੇ ਹਨ। ਸੰਤ ਦੇ ਤੱਤੇ ਨੂੰ ਔਂਕੜ ਤਾਂ ਨਹੀਂ ਆਈ, ਅੱਗੇ ਲੁਪਤ ਸੰਬੰਧਕ ਆ ਗਿਆ। ਸੰਤ ਦੀ ਚਰਨੀ, ਸੰਤ ਦੇ ਚਰਨਾਂ ਨਾਲ, ਚਰਨ ਵੀ ਕਿਉਂਕਿ ਦੋ ਹੁੰਦੇ ਨੇ, ਇਸ ਕਰਕੇ ਨੰਨਾ ਮੁਕਤਾ ਆ ਗਿਆ। ਜੋ ਗੁਰੂ ਦੇ ਚਰਨਾਂ ਨਾਲ ਮੁੜ ਲੱਗ ਗਏ, ਮੁੜ ਕੇ ਲੱਗ ਜਾਂਦੇ ਹਨ। ਇਹਦਾ ਮਤਲਬ ਬਹੁਤਿਆਂ ਦੀ ਗੱਲ ਚੱਲ ਰਹੀ, ਇੱਥੇ ਲੱਗ ਗਏ ਬਹੁਵਚਨੀ ਕਰਿਆ,
ਜੇ ਇੱਕ ਜਣੇ ਦੀ ਗੱਲ ਹੁੰਦੀ ਫਿਰ ਲਾਗੇ ਆਣਾ ਸੀ, ਲੱਲੇ ਕਿੰਨਾ ਗੱਗੇ ਨੂੰ ਦਲਾਵਾਂ ਲੱਗ ਗਏ। ਪਰ ਬਹੁਤੇ ਨੇ, ਇਸ ਕਰਕੇ ਲੱਲਾ ਗੱਗਾ ਹਾਹੇ ਨੂੰ ਸਿਆਰੀ ਲੱਗ ਗਈ, ਲੱਗ ਗਏ, ਇਸ ਕਰਕੇ ਨਾਸਕੀ ਉਚਾਰਨ ਕਰਨਾ ਪਏਗਾ, ਲੱਗ ਗਏ, ਬਹੁਤੇ ਲੱਗਦੇ ਹਨ। ਤੇ ਜਦੋਂ ਨਾਸਕੀ ਉਚਾਰਨ ਕਰਾਂਗੇ ਸਾਨੂੰ ਵੀ ਸਮਝ ਆਏਗੀ ਵੀ ਬਹੁਵਚਨੀ ਅਰਥ ਨੇ, ਸਾਹਮਣੇ ਗੁਰਬਾਣੀ ਸੁਣਨ ਵਾਲੇ ਨੂੰ ਵੀ ਪਤਾ ਚੱਲ ਜਾਏਗਾ ਵੀ ਬਹੁਤਿਆਂ ਦੀ ਗੱਲ ਹੋ ਰਹੀ ਹੈ। ਜੋ ਸੰਤ ਚਰਨ ਮੁੜ ਲਾਗੇ, ਜਿਹੜੇ ਵੀ ਮਨੁੱਖ ਉਸ ਗੁਰੂ ਸੰਤ ਦੀ ਚਰਨੀ ਲੱਗਦੇ ਹਨ। ਤਿੰਨ, ਦੇਖੋ ਬਹੁਤਿਆਂ ਦੀ ਗੱਲ ਸੀ, ਇਸ ਕਰਕੇ ਤਿੰਨ ਦਾ ਨੰਨਾ ਮੁਕਤਾ ਆ ਗਿਆ, ਨੰਨੇ ਨੂੰ ਸਿਆਰੀ ਨਹੀਂ ਆਈ। ਜੇ ਇੱਕ ਹੁੰਦਾ ਲਾਗੇ ਫਿਰ ਤਿੰਨ ਦੇ ਨੰਨੇ ਨੂੰ ਸਿਆਰੀ ਆ ਜਾਣਾ ਸੀ, ਭਾਵ ਤਿਸ ਨੂੰ। ਪਰ ਇੱਥੇ ਤਿੰਨ ਨੰਨਾ ਮੁਕਤਾ ਆ ਗਿਆ, ਬਹੁਤਿਆਂ ਦੀ ਗੱਲ ਚੱਲ ਰਹੀ ਹੈ। ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ, ਉਹਨਾਂ ਨੂੰ ਕਾਮ, ਇੱਥੇ ਮੰਮੀ ਨੂੰ ਔਂਕੜ ਤਾਂ ਨਹੀਂ ਆਈ, ਲੁਪਤ ਸੰਬੰਧਕ ਆ ਗਿਆ ਕਾਮ ਦਾ। ਕ੍ਰੋਧ ਧੱਦੇ ਨੂੰ ਔਂਕੜ ਤਾਂ ਨਹੀਂ ਆਈ, ਲੁਪਤ ਸੰਬੰਧਕ ਆ ਗਿਆ ਕ੍ਰੋਧ ਦਾ। ਜਮ, ਮੰਮੀ ਨੂੰ ਔਂਕੜ ਤਾਂ ਨਹੀਂ ਆਈ, ਮੌਤ ਦਾ। ਉਹਨਾਂ ਨੂੰ ਕਾਮ ਦਾ, ਕ੍ਰੋਧ ਦਾ, ਮੌਤ ਦਾ ਡਰ ਰਹਿੰਦਾ ਹੀ ਨਹੀਂ ਹੈ। ਹੁਣ ਜੀਵਨ ਹੀ ਜੀਵਨ ਹੈ ਉਹਨਾਂ ਦੀ ਜ਼ਿੰਦਗੀ ਚ। ਹੁਣ ਉਹਨਾਂ ਦੇ ਜੀਵਨ ਦੇ ਵਿੱਚ ਆਨੰਦ ਹੈ, ਨਾ ਕ੍ਰੋਧ ਹੈ, ਨਾ ਕਾਮ ਹੈ, ਨਾ ਮੌਤ ਦਾ ਡਰ ਹੈ। ਹੁਣ ਉਹਨਾਂ ਦੇ ਜੀਵਨ ਦੇ ਵਿੱਚ ਨਿਮਰਤਾ ਹੈ, ਆਨੰਦ ਹੈ, ਜੀਵਨ ਹੈ। ਕਿਉਂਕਿ ਉੱਪਰੋਂ ਦੁੱਖ ਦਰਿਦਰ ਸਾਰੇ ਨਾਸ਼ ਹੋ ਗਏ। ਜਦੋਂ ਦੁੱਖ ਦਰਿਦਰ ਨਾਸ਼ ਹੋ ਗਏ, ਮੌਤ ਦੇ ਡਰ ਵੀ ਖਤਮ ਹੋ ਗਏ। ਗੁਰੂ ਗਿਆਨ ਜਦੋਂ ਪ੍ਰਗਟ ਹੁੰਦਾ ਹੈ, ਗੁਰੂ ਗਿਆਨ ਦਾ ਪ੍ਰਕਾਸ਼ ਇਹੀ ਕਰਦਾ ਹੈ, ਸਾਡੀ ਅਗਿਆਨਤਾ, ਸਾਡੇ ਦੁੱਖ ਦਰਿਦਰ, ਸਾਡੇ ਕਾਮ ਕ੍ਰੋਧ ਦੇ ਸਾਰੇ ਹਨੇਰੇ, ਸਾਰੇ ਡਰ ਖਤਮ ਕਰ ਦਿੰਦਾ ਹੈ। ਦੋ ਤਰ੍ਹਾਂ ਦਾ ਹਨੇਰਾ ਹੁੰਦਾ ਹੈ, ਇੱਕ ਕਾਲਾ ਹਨੇਰਾ, ਇੱਕ ਚਿੱਟਾ ਹਨੇਰਾ। ਕਾਲਾ ਹਨੇਰਾ ਹੁੰਦਾ ਹੈ ਰਾਤ ਦਾ ਹਨੇਰਾ, ਜਿਹੜਾ ਕਾਲੇ ਰੰਗ ਦਾ ਹੈ। ਤੇ ਕਾਲਾ ਹਨੇਰਾ ਕੋਈ ਇੰਨਾ ਖਤਰਨਾਕ ਨਹੀਂ ਹੈ, ਇਹਦੀ ਪਛਾਣ ਹੋ ਜਾਂਦੀ ਹੈ, ਕਾਲੇ ਰੰਗ ਦਾ ਹੈ ਤੇ ਇਹਨੂੰ ਦੂਰ ਕਰਨਾ ਵੀ ਔਖਾ ਨਹੀਂ ਹੈ। ਕੋਈ ਬਲਬ ਜਗਾਏ, ਕੋਈ ਟਿਊਬ ਜਗਾਏ, ਕਾਲਾ ਹਨੇਰਾ ਦੌੜ ਜਾਂਦਾ ਹੈ। ਕੋਈ ਦੀਵਾ ਮੋਮਬੱਤੀ ਜਗਾਏ, ਹਨੇਰਾ ਦੌੜ ਜਾਂਦਾ ਹੈ। ਹੋਰ ਛੱਡੋ, ਕੋਈ ਮਾਚਸ ਦੀ ਤੀਲੀ ਵੀ ਜਲਾਏ, ਕਾਲਾ ਹਨੇਰਾ ਦੌੜ ਜਾਂਦਾ ਹੈ, ਰੋਸ਼ਨੀ ਹੋ ਜਾਂਦੀ ਹੈ। ਪਰ ਇੱਕ ਹੁੰਦਾ ਚਿੱਟਾ ਹਨੇਰਾ, ਲੱਗਦਾ ਨਹੀਂ ਉਹ ਹਨੇਰਾ, ਕਿਉਂਕਿ ਚਿੱਟੇ ਰੰਗ ਦਾ, ਉਹਦੀ ਪਛਾਣ ਕਰਨੀ ਮੁਸ਼ਕਲ ਹੈ। ਤੇ ਚਿੱਟਾ ਹਨੇਰਾ ਹੁੰਦਾ ਹੈ ਦਿਨ ਦੀ ਧੁੰਦ। ਸਰਦੀਆਂ ਹੋਣ ਤੇ ਕਈ ਵਾਰੀ ਦੁਪਹਿਰ 12-12 ਵਜੇ ਤੱਕ ਵੀ ਕੁਝ ਨਜ਼ਰ ਨਹੀਂ ਆਉਂਦਾ, ਇੰਨੀ ਧੁੰਦ ਹੁੰਦੀ ਹੈ, ਉਹ ਹੈ ਚਿੱਟਾ ਹਨੇਰਾ। ਤੇ ਇਹ ਜ਼ਿਆਦਾ ਖਤਰਨਾਕ ਹੈ। ਦੀਵਾ ਮੋਮਬੱਤੀ ਜਗਾਇਆ ਧੁੰਦ ਨਹੀਂ ਜਾਂਦੀ, ਬਲਬ ਟਿਊਬ ਜਗਾਇਆ ਜਾਂਦੀ ਨਹੀਂ ਹੈ। ਚਿੱਟੇ ਹਨੇਰੇ ਨੂੰ, ਧੁੰਦ ਨੂੰ ਦੂਰ ਕਰਨ ਲਈ ਘੱਟੋ ਘੱਟ ਇੱਕ ਸੂਰਜ ਚਾਹੀਦਾ ਹੈ। ਜਦੋਂ ਸੂਰਜ ਦੀਆਂ ਤਪਸ਼ ਭਰੀਆਂ ਕਿਰਨਾਂ ਧੁੰਦ ਉੱਪਰ ਪੈਂਦੀਆਂ ਨੇ ਤੇ ਧੁੰਦ ਛਟਣੀ ਸ਼ੁਰੂ ਹੋ ਜਾਂਦੀ ਹੈ, ਫਿਰ ਪ੍ਰਕਾਸ਼ ਹੋ ਜਾਂਦਾ ਹੈ। ਇਹੀ ਕਾਰਨ ਭਾਈ ਗੁਰਦਾਸ ਜੀ ਨੇ ਵੀ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ, ਉਹਨਾਂ ਕਿਹਾ ਵੀ ਪਾਪਾਂ ਵਿਕਾਰਾਂ ਦਾ ਕਾਲਾ ਬੋਲਾ ਹਨੇਰਾ ਸੀ, ਰਾਤ ਸੀ। ਹੁਣ ਪਤਾ ਹੈ ਵੀ ਫਲਾਣਾ ਪਾਪੀ ਹੈ, ਕਾਤਲ ਹੈ, ਚੋਰ ਹੈ, ਡਾਕੂ ਲੁਟੇਰਾ, ਬੇਈਮਾਨ ਹੈ, ਝੂਠਾ ਹੈ, ਕਾਲਾ ਹਨੇਰਾ ਪਤਾ ਲੱਗ ਗਿਆ। ਹੁਣ ਇੱਕ ਬੰਦਾ ਐਸਾ ਵੀ ਹੈ ਜਿਹੜਾ ਹੱਥ 'ਚ ਮਾਲਾ ਫੜ ਕੇ ਘੁਮਾ ਰਿਹਾ ਔਰ ਮੱਥੇ ਵੀ ਟੇਕ ਰਿਹਾ, ਸਾਰਾ ਕੁਝ ਕਰ ਰਿਹਾ, ਲੱਗਦਾ ਨਹੀਂ ਹੈ ਵੀ ਇਹ ਕਾਲਾ ਹਨੇਰਾ, ਪਰ ਚਿੱਟੀ ਪਖੰਡ ਦੀ ਧੁੰਦ ਹੈ, ਜਿਹੜੀ ਦਿਸਦੀ ਨਹੀਂ ਹੈ ਵੀ ਇਹ ਧੁੰਦ ਹੈ। ਹਨੇਰਾ ਲੱਗਦਾ ਨਹੀਂ ਹੈ, ਪਰ ਹੈ ਪਖੰਡ ਦੀ ਧੁੰਦ, ਜ਼ਿਆਦਾ ਖਤਰਨਾਕ ਹੈ। ਪਾਪੀ ਬੰਦਾ ਜੇ ਨਿਮਰ ਕਹਿ ਦਿੰਦਾ ਮੈਂ ਪਾਪੀ ਹਾਂ, ਉਹ ਤੋਂ ਬਚਿਆ ਜਾ ਸਕਦਾ ਹੈ, ਪਰ ਪਖੰਡੀ ਤੋਂ ਬਚਣਾ ਬੜਾ ਔਖਾ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਆਏ, ਸੂਰਜ ਬਣ ਕੇ ਰਾਤ ਦਾ ਕਾਲਾ ਹਨੇਰਾ ਤੇ ਗਿਆ ਹੀ, ਦਿਨ ਦੀ ਪਖੰਡ ਦੀ ਧੁੰਦ ਵੀ ਛਟਣੀ ਸ਼ੁਰੂ ਹੋ ਗਈ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ, ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਬਸ ਗੁਰੂ ਗਿਆਨ ਦਾ ਪ੍ਰਕਾਸ਼ ਹੈ। ਗੁਰ ਪੂਰਾ ਭੇਟਿਓ ਵਡਭਾਗੀ, ਮਨੇ ਪਿਆ ਪ੍ਰਗਾਸ਼ਾ। ਜਦੋਂ ਪੂਰਾ ਗੁਰੂ ਪ੍ਰਗਟ ਹੁੰਦਾ ਹੈ, ਮਨੇ ਪਿਆ ਪ੍ਰਗਾਸ਼ਾ ਦਾ ਮਤਲਬ ਮਨ 'ਚ ਪ੍ਰਕਾਸ਼ ਹੋ ਜਾਂਦਾ ਹੈ। ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸ। ਗੁਰੂ ਗਿਆਨ ਮਨ ਵਿੱਚ ਪ੍ਰਗਟ ਹੋਇਆ, ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਆਰ ਕੁਨਾਸ। ਦੁੱਖਾਂ ਦਰਿਦਰਾਂ ਦਾ ਹਨੇਰਾ ਤੇ ਨਾਸ਼ ਹੋਇਆ ਹੀ। ਕਵ ਕੀਰਤ ਜੋ ਸੰਤ ਚਰਨ ਮੁੜ ਲਾਗੇ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ। ਉਹਨਾਂ ਦੇ ਮੌਤ ਦੇ ਡਰ ਵੀ ਖਤਮ ਹੋ ਗਏ, ਕਾਮ ਕ੍ਰੋਧ ਦੇ ਡਰ ਵੀ ਖਤਮ ਹੋ ਗਏ। ਗਿਆਨ ਦੀ ਰੋਸ਼ਨੀ ਨੇ ਇਹਨਾਂ ਸਾਰਿਆਂ ਹਨੇਰਿਆਂ ਨੂੰ ਖਤਮ ਕਰ ਦਿੱਤਾ। ਜਿਵ, ਜਿਵ ਮੈਨੇ ਜਿਵੇਂ, ਜਿਵ ਅੰਗਦ, ਅੰਗਦ ਦੇ ਦੱਦੇ ਨੂੰ ਆ ਗਈ ਔਂਕੜ, ਇੱਕ ਵਚਨ ਪਲਿੰਗ ਨਾਉ ਸ਼ਬਦ ਹੈ ਇਹ, ਇਹਦਾ ਮਤਲਬ ਗੁਰੂ ਅੰਗਦ ਦੇਵ ਪਾਤਸ਼ਾਹ ਜੀ। ਜਿਵੇਂ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅੰਗਦ ਦੇਵ ਸਾਹਿਬ ਜੀ, ਜਿਵ ਅੰਗਦ
ਅੰਗ ਸੰਗ ਨਾਨਕ ਗੁਰ। ਅੰਗ ਦੇ ਗੱਗੇ ਨੂੰ ਆ ਗਈ ਸਿਆਰੀ, ਮੈਨੇ ਅੰਗ ਨਾਲ, ਸੰਗ ਦੇ ਗੱਗੇ ਨੂੰ ਆ ਗਈ ਸਿਆਰੀ। ਤੇ ਸੰਗ ਵੈਸੇ ਵੀ ਸੰਬੰਧਕ ਜਿਹੜਾ ਸਿਆਰੀ ਨਾਲ ਹੀ ਆਉਂਦਾ। ਅੰਗ ਦੇ ਨਾਲ, ਸੰਗ ਦੇ ਨਾਲ, ਅੰਗ ਸੰਗ ਮੈਨੇ ਹਰ ਵਕਤ ਨਾਲ, ਸਦਾ ਹੀ ਨਾਲ, ਹਮੇਸ਼ਾ ਹੀ ਨਾਲ। ਜਿਵ ਅੰਗਦ ਭਾਵ ਜਿਵੇਂ ਗੁਰੂ ਅੰਗਦ ਸਾਹਿਬ, ਅੰਗ ਸੰਗ ਨਾਨਕ ਗੁਰ। ਨਾਨਕ ਤੇ ਕੱਕੇ ਨੂੰ ਔਂਕੜ ਨਹੀਂ ਆਈ, ਇਹਦਾ ਮਤਲਬ ਰੂਪ ਸੰਬੰਧਕ ਹੈ ਨਾਨਕ ਦੇ। ਉਹਨਾਂ ਦਾ ਵਿਸ਼ੇਸ਼ਣ ਗੁਰ ਵੀ ਰਾਰਾ ਮੁਕਤਾ ਆ ਗਿਆ, ਕਿਉਂਕਿ ਜਿੱਦਾਂ ਦਾ ਨਾਮ ਹੁੰਦਾ ਉਦਾਂ ਦਾ ਵਿਸ਼ੇਸ਼ਣ ਹੁੰਦਾ ਹੈ। ਗੁਰੂ ਦੇ, ਗੁਰੂ ਨਾਨਕ ਦੇ। ਜਿਵੇਂ ਗੁਰੂ ਅੰਗਦ ਦੇਵ ਗੁਰੂ ਨਾਨਕ ਪਾਤਸ਼ਾਹ ਦੇ ਅੰਗ ਸੰਗ ਰਹੇ, ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰੂ ਅਮਰਦਾਸ ਕੈ। ਤਿਵ ਮੈਨੇ ਤਿਵੇਂ, ਉਸੇ ਤਰ੍ਹਾਂ ਹੀ ਗੁਰੂ ਅਮਰਦਾਸ ਕੈ। ਕੈ ਦਾ ਮਤਲਬ ਦੇ, ਤੇ ਇਹ ਸੰਬੰਧਕ ਹੋਣ ਕਰਕੇ ਅਮਰਦਾਸ ਤੇ ਸੱਸੇ ਦੀ ਔਂਕੜ ਖਤਮ ਹੋ ਗਈ। ਔਰ ਅਮਰਦਾਸ ਦਾ ਵਿਸ਼ੇਸ਼ਣ ਗੁਰ ਜਿਹੜਾ ਹੈਗਾ, ਜਿੱਦਾਂ ਦਾ ਨਾਮ ਉਦਾਂ ਦਾ ਵਿਸ਼ੇਸ਼ਣ, ਤੇ ਗੁਰ ਦੇ ਵੀ ਰਾਰੇ ਦੀ ਔਂਕੜ ਹਟ ਗਈ। ਗੁਰੂ ਅਮਰਦਾਸ ਦੇ। ਤਿਵ ਗੁਰੂ ਅਮਰਦਾਸ ਕੈ ਭਾਵ ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਲ ਰਹੇ। ਕੌਣ? ਗੁਰੂ ਰਾਮਦਾਸ। ਭਾਵ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਅੰਗ ਸੰਗ ਗੁਰੂ ਅੰਗਦ ਦੇ ਪਾਤਸ਼ਾਹ ਰਹੇ, ਉਹਨਾਂ ਸਾਥ ਨਹੀਂ ਛੱਡਿਆ। ਉਹਨਾਂ ਦਾ ਵੀ ਇਹ ਅਵਸਥਾ ਸੀ, ਸੇਵਾ ਕਰਨਾ ਛੋੜਿਓ ਪਾਸ। ਉਹਨਾਂ ਨੇ ਵੀ ਸੇਵਾ ਕਰਦਿਆਂ ਸਾਥ ਨਹੀਂ ਛੱਡਿਆ ਸੀ, ਜਿਹਦੇ ਬਾਰੇ ਭੱਟ ਕੀਰਤ ਜੀ ਗੁਰੂ ਰਾਮਦਾਸ ਪਾਤਸ਼ਾਹ ਵਾਸਤੇ ਕਹਿ ਰਹੇ ਨੇ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਸੇਵਾ ਕਰਤਨਾ ਛੋੜਿਓ ਪਾਸ, ਗੁਰੂ ਅਮਰਦਾਸ ਪਾਤਸ਼ਾਹ ਦਾ ਸਾਥ ਨਹੀਂ ਛੱਡਿਆ। ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰੂ ਅਮਰਦਾਸ ਕੈ ਗੁਰੂ ਰਾਮਦਾਸ। ਜਿਵੇਂ ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਅੰਗ ਸੰਗ ਰਹੇ, ਹਮੇਸ਼ਾ ਨਾਲ ਰਹੇ, ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਰਹੇ ਹਨ। ਦੂਸਰਾ ਸਵਈਆ ਭੱਟ ਕੀਰਤ ਜੀ ਦਾ, ਜਿਨ ਸਤਿਗੁਰ ਸੇਵ ਪਦਾਰਥ ਪਾਇਓ। ਜਿਨ ਨੰਨੇ ਨੂੰ ਸਿਹਾਰੀ ਆ ਗਈ, ਭਾਵ ਜਿਸ ਨੇ। ਇੱਥੇ ਇੱਕ ਵਚਨ ਦੇ ਅਰਥ ਬਣਨਗੇ, ਭਾਵ ਜਿਸ ਨੇ। ਕਿਸ ਨੇ? ਇੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿਫਤ ਕਰ ਰਹੇ ਨੇ ਭੱਟ ਕੀਰਤ ਜੀ, ਤੇ ਸੁਭਾਵਕ ਗੁਰੂ ਰਾਮਦਾਸ ਪਾਤਸ਼ਾਹ ਬਾਰੇ ਹੀ ਇੱਥੇ ਉਹ ਕਹਿ ਰਹੇ ਨੇ। ਜਿਸ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਕੀ ਕੀਤਾ? ਸਤਿਗੁਰ ਸੇਵ, ਗੁਰੂ ਅਮਰਦਾਸ ਨੂੰ ਸਿਮਰਿਆ। ਸੇਵ ਦੇ ਵਾਵੇ ਨੂੰ ਆ ਗਈ ਸਿਹਾਰੀ। ਤੇ ਵੈਸੇ ਵੀ ਸੇਵਾ ਜਿਹੜੀ ਹੈ, ਜਦੋਂ ਇਸ ਤਰ੍ਹਾਂ ਸ਼ਬਦ ਆਵੇ ਤੇ ਵਾਵੇ ਨੂੰ ਸਿਹਾਰੀ ਆਉਂਦੀ ਹੈ। ਭਾਵ ਗੁਰੂ ਅਮਰਦਾਸ ਪਾਤਸ਼ਾਹ ਨੂੰ ਸੇਵ ਕੇ ਪਦਾਰਥ ਪਾਇਓ, ਉਹਨਾਂ ਨੇ ਨਾਮ ਪਦਾਰਥ ਪ੍ਰਾਪਤ ਕਰ ਲਿਆ। ਨਾਮ ਰੂਪੀ ਪਦਾਰਥ ਪਾਇਓ। ਨਿਸ ਬਾਸੁਰ ਹਰ ਚਰਨ ਨਿਵਾਸ। ਨਿਸ ਮੈਨੇ ਰਾਤ, ਬਾਸੁਰ ਮੈਨੇ ਦਿਨ। ਭਾਵ ਰਾਤ ਵੇਲੇ ਵੀ, ਦਿਨ ਵੇਲੇ ਵੀ, ਹਮੇਸ਼ਾ ਹੀ ਅੱਠੇ ਪੈਰ। ਨਿਸ ਬਾਸੁਰ ਹਰ ਚਰਨ ਨਿਵਾਸ। ਦਿਨ ਤੇ ਰਾਤ ਨੂੰ ਹਰ ਚਰਨ ਨਿਵਾਸ, ਹਰੀ ਦੇ ਚਰਨਾਂ ਵਿੱਚ ਹੀ ਗੁਰੂ ਰਾਮਦਾਸ ਪਾਤਸ਼ਾਹ ਦਾ ਨਿਵਾਸ ਰਹਿੰਦਾ ਹੈ। ਭਾਵ ਹੁਣ ਗੁਰੂ ਰਾਮਦਾਸ ਪਾਤਸ਼ਾਹ ਹਰੀ ਦੇ ਚਰਨਾਂ ਨਾਲ ਜੁੜ ਗਏ ਹਨ। ਚਰਨਾਂ ਨਾਲ ਜੁੜਨ ਦਾ ਭਾਵ ਉਹਨਾਂ ਦੇ ਅੰਗ ਸੰਗ ਹੋ ਗਏ, ਉਹਨਾਂ ਦੇ ਅੱਗੇ ਸਮਰਪਿਤ ਹੋ ਗਏ। ਜਿਵੇਂ ਅਸੀਂ ਕਹਿ ਦਿੰਦੇ ਆ ਕਿ ਫਲਾਣਾ ਤੇ ਫਲਾਣੇ ਦੇ ਚਰਨੀ ਲੱਗਿਆ ਹੋਇਆ, ਉਹਦੇ ਪੈਰੀ ਪਿਆ ਹੋਇਆ, ਉਹਦੇ ਪੈਰ ਹੀ ਨਹੀਂ ਛੱਡਦਾ, ਭਾਵ ਉਹਦੇ ਨਾਲ ਹੀ ਰਹਿੰਦਾ ਹੈ। ਏਦਾਂ ਹੀ ਹੁਣ ਗੁਰੂ ਰਾਮਦਾਸ ਪਾਤਸ਼ਾਹ, ਉਹਨਾਂ ਨੇ ਆਪਣਾ ਨਿਵਾਸ, ਮੇਰੇ ਆਪਣੀ ਰਹਿائش, ਆਪਣੇ ਰਹਿਣ ਦੀ ਥਾਂ ਪ੍ਰਭੂ ਦੇ ਚਰਨ ਬਣਾ ਲਏ, ਤੇ ਪ੍ਰਭੂ ਦੇ ਚਰਨਾਂ 'ਚ ਹੀ ਰਹਿੰਦੇ ਨੇ ਉਹ। ਭਾਵ ਪ੍ਰਭੂ ਦਾ ਸਾਥ ਹੁਣ ਕਦੀ ਵੀ ਨਹੀਂ ਛੱਡਦੇ, ਪ੍ਰਭੂ ਦੇ ਨਾਲ ਹੀ ਰਹਿੰਦੇ ਹਨ। ਨਿਸ ਬਾਸੁਰ ਹਰ ਚਰਨ ਨਿਵਾਸ। ਦਿਨ ਤੇ ਰਾਤ ਨੂੰ ਜਿਨ੍ਹਾਂ ਦਾ ਹਰੀ ਦੇ ਚਰਨਾਂ 'ਚ ਨਿਵਾਸ ਰਹਿੰਦਾ ਹੈ। ਤਾ ਤੇ, ਇੱਥੇ ਫਿਰ ਤਾ ਮੈਨੇ ਉਸ ਤੋਂ, ਭਾਵ ਉਸ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਤੋਂ। ਇੱਥੇ ਗੁਰੂ ਰਾਮਦਾਸ ਪਾਤਸ਼ਾਹ ਦੀ ਗੱਲ ਚੱਲ ਰਹੀ ਹੈ, ਤਾਂ ਇੱਥੇ ਪੜਨਾਮ ਆ ਗਿਆ, ਮੈਨੇ ਉਸ, ਤੇ ਮੈਨੇ ਤੋਂ, ਤਾ ਤੇ ਮੈਨੇ ਉਸ ਤੋਂ, ਭਾਵ ਉਸ ਗੁਰੂ ਰਾਮਦਾਸ ਪਾਤਸ਼ਾਹ ਤੋਂ। ਸੰਗਤ ਸਗਨ ਪਾਏ ਭਉ ਮਾਨੈ। ਜਿਹੜੀ ਸੰਗਤ ਹੈ, ਸੰਗਤ ਨੇ, ਇੱਥੇ ਤੱਤੇ ਨੂੰ ਆ ਗਈ ਸਿਹਾਰੀ। ਸੰਗਤਾਂ ਨੇ ਕੀ ਕੀਤਾ? ਸੰਗਤਾਂ ਕੀ ਕਰਦੀਆਂ ਨੇ? ਸਗਨ ਪਾਏ। ਸਗਨ ਮੈਨੇ ਬੇਅੰਤ, ਭਾਈ ਮੈਨੇ ਪਿਆਰ, ਪ੍ਰੇਮ ਦੇ ਵਿੱਚ, ਭਉ ਮੈਨੇ ਅਦਬ, ਮਾਨੇ। ਹੁਣ ਸੰਗਤਾਂ ਜਿਹੜੀਆਂ ਨੇ, ਬੇਅੰਤ ਸੰਗਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਭਉ ਮੰਨਦੀਆਂ ਹਨ। ਉਹਨਾਂ ਦੇ ਪ੍ਰੇਮ ਵਿੱਚ ਮਸਤ ਹੋ ਕੇ ਉਹਨਾਂ ਦਾ ਭਉ ਮੰਨਦੀਆਂ ਹਨ। ਹੁਣ ਭਉ ਦਾ ਅਰਥ ਇੱਥੇ
ਉਹ ਵਾਲਾ ਡਰ ਨਹੀਂ ਜਿਹੜਾ ਅਸੀਂ ਦੁਸ਼ਮਣ ਤੋਂ ਡਰਦੇ ਆ। ਡਰ ਇੱਥੇ ਭਉ ਦਾ ਮਤਲਬ ਅਦਬ, ਨਿਰਮਲ ਭਉ, ਤਾਂ ਹੀ ਭਾਏ ਭਉ ਆ ਗਿਆ। ਪ੍ਰੇਮ ਵਾਲਾ ਭਉ, ਅਦਬ ਸਤਕਾਰ ਵਾਲਾ ਭਉ, ਅਦਬ ਸਤਕਾਰ ਵਾਲਾ। ਉਦਾਹਰਨ ਦੇ ਤੌਰ ਤੇ ਕੋਈ ਬੱਚਾ ਸ਼ਰਾਰਤਾਂ ਕਰਦਾ ਹੈ, ਅਚਾਨਕ ਪਿਤਾ ਸਾਹਮਣੇ ਆ ਗਿਆ, ਬੱਚੇ ਨੇ ਸ਼ਰਾਰਤ ਕਰਨੀ ਛੱਡ ਦਿੱਤੀ। ਇਹਦਾ ਮਤਲਬ ਇਹ ਨਹੀਂ ਕਿ ਉਹ ਪਿਤਾ ਦੁਸ਼ਮਣ ਤੋਂ ਡਰ ਗਿਆ। ਉਹ ਵਾਲਾ ਭਉ ਨਹੀਂ, ਉਹ ਅਦਬ ਕਰਦਾ, ਸਤਿਕਾਰ ਕਰਦਾ ਪਿਤਾ ਦਾ, ਕਿ ਪਿਤਾ ਮੈਨੂੰ ਦੇਖ ਕੇ ਕੀ ਕਹੇਗਾ, ਇਹਨਾਂ ਸ਼ਰਾਰਤੀਆਂ ਨੇ। ਪਿਤਾ ਦੇ ਸਤਿਕਾਰ ਦੇ ਵਿੱਚ ਉਹਨੇ ਸ਼ਰਾਰਤਾਂ ਕਰਨੀਆਂ ਛੱਡ ਦਿੱਤੀਆਂ। ਬੱਚਾ ਸ਼ਰਾਰਤ ਕਰ ਰਿਹਾ ਹੈ, ਸਾਹਮਣੇ ਪ੍ਰਿੰਸੀਪਲ ਆ ਗਿਆ, ਟੀਚਰ ਆ ਗਿਆ, ਉੱਥੇ ਹੀ ਰੁਕ ਗਿਆ ਉਹ ਬੱਚਾ। ਕਿਉਂ? ਕਿਉਂਕਿ ਉਹ ਆਪਣੇ ਪ੍ਰਿੰਸੀਪਲ ਦਾ, ਆਪਣੇ ਟੀਚਰ ਦਾ ਸਤਿਕਾਰ ਕਰਦਾ ਹੈ। ਇਸੇ ਕਰਕੇ ਗੁਰਬਾਣੀ ਨੇ ਕਈ ਥਾਵਾਂ ਤੇ ਨਿਰਮਲ ਭਉ ਵੀ ਕਿਹਾ ਇਹਨੂੰ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ, ਜਾਂ ਨਿਰਮਲ ਭਉ ਪਾਇਆ। ਅਸੀਂ ਨਿਰਮਲ ਭਉ ਵੀ ਪੜ੍ਹਦੇ ਹੈਗੇ ਆ। ਨਿਰਮਲ ਭਉ ਪਾਇਆ ਭਾਵ ਅਦਬ ਸਤਕਾਰ ਵਾਲਾ, ਉਹ ਵਾਲਾ ਭਉ ਜਿੱਥੇ ਅਦਬ ਸਤਕਾਰ ਹੈ। ਇੱਥੇ ਭਾਏ ਭਉ ਮੈਨੇ ਪ੍ਰੇਮ ਵਾਲਾ ਸਤਕਾਰ ਮੰਨਦੀਆਂ ਨੇ ਸਾਧ ਸੰਗਤਾਂ ਜਿਹੜੀਆਂ ਨੇ। ਸੰਗਤ ਸਗਨ ਭਾਏ ਭਉ ਮਾਨੇ, ਭਾਵ ਪ੍ਰੇਮ ਵਿੱਚ ਮਸਤ ਹੋ ਕੇ ਅਦਬ ਸਤਕਾਰ ਮੰਨਦੀਆਂ ਹਨ। ਤੇ ਸਤਕਾਰ ਵਿੱਚ ਕੀ ਕਹਿੰਦੀਆਂ ਹਨ? ਤੁਮ ਮਲਿਆਗਰ, ਕਿ ਸਤਿਗੁਰੂ ਤੁਸੀਂ ਮਲਿਆਗਰ ਹੋ। ਮੱਲੇ ਮੈਨੇ ਪਹਾੜ, ਹਿਮਾਲਿਆ ਦਾ ਮਤਲਬ ਹਿਮ ਪਲੱਸ ਆਲਿਆ। ਹਿਮ ਦਾ ਪਹਾੜ, ਹਿਮ ਕਹਿੰਦੇ ਨੇ ਬਰਫ਼ ਨੂੰ, ਬਰਫ਼ ਦੇ ਪਹਾੜ ਨੂੰ ਕਹਿੰਦੇ ਨੇ ਹਿਮਾਲਿਆ। ਤੇ ਮੱਲੇ ਦਾ ਮਤਲਬ ਪਹਾੜ। ਜਿਹੜਾ ਹਿਮਾਲਿਆ ਪਰਬਤ ਹੈ ਉਹਦਾ ਨਾਮ ਅਸਲ ਚ ਮੱਲਿਆ ਹੈ, ਪਰ ਅੱਗੇ ਹਿਮ ਲਾ ਕੇ, ਬਰਫ਼ ਲਾ ਕੇ ਉਹਦਾ ਨਾਮ ਹਿਮਾਲਿਆ ਬਣ ਜਾਂਦਾ ਹੈ। ਮੱਲੇ ਪਹਾੜ ਦੇ ਉੱਪਰ ਆਗਰ ਮੈਨੇ ਚੰਦਨ, ਜਿਵੇਂ ਮੱਲੇ ਪਹਾੜ ਦੇ ਉੱਪਰ ਚੰਦਨ ਦਾ ਰੁੱਖ ਹੋਵੇ ਤੇ ਚੰਦਨ ਆਪਣੀ ਸੁਗੰਧੀ ਸਾਰੇ ਪਾਸੇ ਫੈਲਾ ਲੈਂਦਾ ਹੈ। ਕਿ ਸਤਿਗੁਰੂ ਪਾਤਸ਼ਾਹ ਤੁਸੀਂ ਮਲਿਆਗਰ ਹੋ। ਮੱਲੇ ਪਹਾੜ ਉੱਪਰ ਲੱਗਿਆ ਚੰਦਨ ਜਿਵੇਂ ਆਪਣੀ ਸੁਗੰਧੀ ਫੈਲਾਉਂਦਾ ਹੈ, ਤੁਮ ਮਲਿਆਗਰ ਪ੍ਰਗਟ ਸੁਬਾਸ, ਤੁਸੀਂ ਮੱਲੇ ਪਹਾੜ ਉੱਪਰ ਉੱਗੇ ਹੋਏ ਚੰਦਨ ਦੀ ਤਰ੍ਹਾਂ ਸੁਗੰਧੀ ਵਾਲੇ ਹੋ। ਆਪਣੀ ਬਾਸ, ਸੁਬਾਸ ਮੈਨੇ ਸੋਹਣੀ ਬਾਸ, ਖੁਸ਼ਬੂ, ਸੁਗੰਧੀ, ਤੁਸੀਂ ਸੁਗੰਧ ਨੂੰ ਪ੍ਰਗਟ ਕਰਦੇ ਹੋ, ਪ੍ਰਤੱਖ ਤੌਰ ਤੇ ਦੁਨੀਆ 'ਚ ਸੁਗੰਧ ਨੂੰ ਫੈਲਾ ਰਹੇ ਹੋ। ਧਰੂ ਕਬੀਰ, ਧਰੂ ਪ੍ਰਹਲਾਦ ਕਬੀਰ ਤਿਲੋਚਨ, ਨਾਮ ਲੈ ਉਪਜਿਓ ਜੋ ਪ੍ਰਗਾਸ। ਧਰੂ, ਇੱਥੇ ਪ੍ਰਹਲਾਦ ਦੇ ਦੱਦੇ ਨੂੰ ਔਂਕੜ ਤਾਂ ਨਹੀਂ ਆਈ, ਅੱਗੇ ਲੁਪਤ ਸੰਬੰਧਕ ਆ ਗਿਆ ਨੂੰ, ਪ੍ਰਹਲਾਦ ਨੂੰ, ਧਰੂ ਨੂੰ, ਪ੍ਰਹਲਾਦ ਨੂੰ। ਕਬੀਰ ਦੇ ਰਾਰੇ ਨੂੰ ਔਂਕੜ ਨਹੀਂ ਆਈ। ਕਬੀਰ ਨੂੰ ਤਿਲੋਚਨ ਦਾ ਭਾਵ ਤਿਲੋਚਨ ਭਗਤ ਦਾ ਜ਼ਿਕਰ ਹੈ। ਕਈ ਹੱਥ ਲਿਖਤ ਬੀੜਾਂ ਵਿੱਚ ਪੈਰ ਵਿੱਚ ਰਾਰਾ ਮਿਲਦਾ ਹੈਗਾ। ਤਿਲੋਚਨ ਭਾਵ ਤਿਲੋਚਨ ਨੂੰ। ਧਰੂ ਨੂੰ, ਪ੍ਰਹਲਾਦ ਨੂੰ, ਕਬੀਰ ਨੂੰ, ਤਿਲੋਚਨ ਨੂੰ। ਨਾਮ ਲੈਤ ਉਪਜਿਓ ਜੋ ਪ੍ਰਗਾਸ, ਨਾਮ ਲੈ ਕੇ, ਨਾਮ ਸਿਮਰ ਕੇ ਧਰੂ, ਪ੍ਰਹਲਾਦ, ਕਬੀਰ, ਤਿਲੋਚਨ ਨੂੰ ਜੋ ਚਾਨਣ ਨਜ਼ਰ ਆਇਆ ਸੀ। ਨਾਮ ਮੰਮੀ ਨੂੰ ਔਂਕੜ ਇੱਕ ਵਚਨ ਪੁਲਿੰਗ ਸ਼ਬਦ। ਨਾਮ ਲੈਤ, ਨਾਮ ਲੈਂਦਿਆਂ ਉਪਜਿਓ ਜੋ ਪ੍ਰਗਾਸ, ਜੋ ਪ੍ਰਕਾਸ਼ ਮੈਨੇ ਜਿਹੜਾ ਪ੍ਰਕਾਸ਼। ਪ੍ਰਕਾਸ਼ ਇੱਥੇ ਭਾਵ ਰੋਸ਼ਨੀ, ਪ੍ਰਕਾਸ਼ ਤੇ ਸੱਸੇ ਨੂੰ ਔਂਕੜ ਆ ਗਈ, ਰੋਸ਼ਨੀ, ਪ੍ਰਕਾਸ਼। ਜਿਹੜਾ ਪ੍ਰਕਾਸ਼ ਧਰੂ ਨੂੰ ਪ੍ਰਾਪਤ ਹੋਇਆ, ਪ੍ਰਭੂ ਦਾ ਨਾਮ ਲੈ ਕੇ ਜਿਹੜਾ ਪ੍ਰਕਾਸ਼ ਪ੍ਰਹਲਾਦ ਨੂੰ ਮਿਲਿਆ, ਕਬੀਰ ਤੇ ਤਿਲੋਚਨ ਜੀ ਨੂੰ ਮਿਲਿਆ। ਧਰੂ, ਪ੍ਰਹਲਾਦ, ਕਬੀਰ, ਤਿਲੋਚਨ, ਨਾਮ ਲੈਤ ਉਪਜਿਓ ਜੋ ਪ੍ਰਕਾਸ਼, ਪ੍ਰਭੂ ਦਾ ਨਾਮ ਲੈ ਕੇ ਜਿਹੜਾ ਚਾਨਣ ਧਰੂ, ਪ੍ਰਹਲਾਦ, ਕਬੀਰ, ਤਿਲੋਚਨ ਨੂੰ ਪ੍ਰਾਪਤ ਹੋਇਆ, ਉਹੀ ਜਿਹੜਾ ਪ੍ਰਕਾਸ਼ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਿੱਚ ਹੈ। ਜਿਹੇ ਪਿਖਤ, ਜਿਸ ਨੂੰ ਵੇਖਦਿਆਂ ਹੋਇਆਂ ਅੱਤ ਹੋਏ ਰਹੱਸ ਮਨ। ਅੱਤ ਸ਼ਬਦ ਹਮੇਸ਼ਾ ਤੱਤੇ ਨੂੰ ਸਿਹਾਰੀ ਨਾਲ ਆਉਂਦਾ ਹੈ, ਜਿੱਥੇ ਬਿਲਕੁਲ ਅਖੀਰ ਵਾਸਤੇ ਵਰਤਿਆ ਜਾਏ। ਅਖੀਰ, ਅੱਤ ਭਾਵ ਪੂਰਾ। ਅੱਤ ਹੋਏ, ਅੰਤਾਂ ਦਾ, ਹੋਏ ਰਹੱਸ ਮਨ। ਰਹੱਸ ਸੱਸੇ ਨੂੰ ਆ ਗਈ ਔਂਕੜ। ਹੁਣ ਇੱਕ ਵਚਨ ਪੁਲਿੰਗ ਦਾ ਸ਼ਬਦ ਬਣ ਗਿਆ ਖਿੜਾਓ। ਮਨ ਦੇ ਨੰਨੇ ਨੂੰ ਲੱਗੀ ਸਿਆਰੀ, ਮਨ ਵਿੱਚ। ਜਿਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦੇਖਿਆ, ਜਿਸ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕੀਤਿਆਂ, ਜਿਹੇ ਪਿਖਤ ਅੱਤ ਹੋਏ ਰਹੱਸ ਮਨ, ਮਨ ਵਿੱਚ ਬੜਾ ਹੀ ਰਹੱਸ, ਬੜਾ ਹੀ ਖਿੜਾਓ ਪੈਦਾ ਹੋ ਜਾਂਦਾ ਹੈ। ਗੁਰੂ ਨੂੰ ਦੇਖ ਕੇ ਬੜਾ ਹੀ ਖੇੜਾ ਤੇ ਖੁਸ਼ੀ ਪੈਦਾ ਹੋ ਜਾਂਦੀ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰੂ ਦਰਸ਼ਨ ਦੇਖ ਨਿਹਾਲੀ। ਜਿਸ ਗੁਰੂ ਦੇ ਦਰਸ਼ਨ ਕੀਤਿਆਂ ਨਿਹਾਲ ਹੋ ਜਾਈਦਾ, ਖੇੜੇ ਚ ਆ ਜਾਈਦਾ। ਜਿਹੇ ਪਿਖਤ ਅਤ ਹੋਏ ਰਹੱਸ ਮਨ, ਜਿਸ
ਗੁਰੂ ਨੂੰ ਦੇਖ ਕੇ ਮਨ ਵਿੱਚ ਰਸ ਖੇੜਾ ਪੈਦਾ ਹੋ ਜਾਂਦਾ ਹੈ। ਸੋਈ ਸੰਤ ਸਹਾਰ, ਉਹੀ ਸੰਤਾਂ ਦਾ ਆਸਰਾ ਹੈ ਗੁਰੂ ਰਾਮਦਾਸ। ਗੁਰੂ ਰਾਮਦਾਸ ਪਾਤਸ਼ਾਹ ਉਹੀ ਹਨ ਜਿਹੜੇ ਸੰਤਾਂ ਦੇ ਸਹਾਰੇ ਹਨ। ਸੋਈ ਇੱਕ ਵਚਨ ਪੁਲਿੰਗ ਵਾਸਤੇ ਹੈ ਇਹ। ਸੋਈ ਮੈਨੇ ਉਹੀ ਸਤਿਗੁਰੂ ਗੁਰੂ ਰਾਮਦਾਸ ਦੇ ਸੱਸੇ ਨੂੰ ਆ ਗਈ ਔਂਕੜ, ਭਾਵ ਉਹ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਕੀ ਹਨ, ਸੰਤ ਸਹਾਰ। ਸੰਤ ਦੇ ਤੱਤੇ ਨੂੰ ਔਂਕੜ ਨਹੀਂ ਆਈ ਤੇ ਸਹਾਰ ਦੇ ਰਾਰੇ ਨੂੰ ਔਂਕੜ ਆ ਗਈ। ਮੈਨੇ ਸਹਾਰਾ, ਇੱਕ ਵਚਨ ਪੁਲਿੰਗ ਸ਼ਬਦ ਦਾ ਇਹ ਬਣ ਗਿਆ ਸਹਾਰਾ, ਆਸਰਾ, ਸੰਤਾਂ ਦਾ ਸਹਾਰਾ। ਦਾ ਲੁਪਤ ਸੰਬੰਧਕ ਨੇ ਤੱਤੇ ਦੀ ਔਂਕੜ ਹਟਾ ਦਿੱਤੀ। ਸਹਾਰ ਮੈਨੇ ਸਹਾਰਾ, ਉਹ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਸੰਤ ਜਨਾਂ ਦੇ ਸਹਾਰੇ ਹਨ, ਜਿਹੜਾ ਸੰਤਾਂ ਦਾ ਆਸਰਾ ਹੈ। ਉਸ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੂੰ ਵੇਖ ਕੇ ਮਨ ਵਿੱਚ ਖੇੜਾ ਪੈਦਾ ਹੋ ਜਾਂਦਾ ਹੈ। ਜੇ ਪਿਖਤ ਅਤ ਹੋਏ ਰਹੱਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ। ਜਿਸ ਸਤਿਗੁਰੂ ਦੇ ਦਰਸ਼ਨ ਕੀਤਿਆਂ ਮਨ ਚ ਖੁਸ਼ੀ ਚਾਓ ਖੇੜਾ ਬਣ ਜਾਂਦਾ ਹੈ, ਉਹੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਸੰਤ ਜਨਾਂ ਦੇ ਆਸਰੇ ਹਨ। ਨਾਨਕ ਨਾਮ ਨਿਰੰਜਨ ਜਾਣਿਓ। ਤੀਸਰਾ ਸਵਈਆ ਆਰੰਭ ਹੈ ਜੀ ਭੱਟ ਕੀਰਤ ਜੀ ਦੇ ਮੁਖਾਰਬਿੰਦ ਤੋਂ ਉਚਾਰਨ। ਨਾਨਕ ਦੇ ਆਗੇ ਇੱਕ ਕਿਨੂੰ ਸਿਆਰੀ, ਭਾਵ ਨਾਨਕ ਨੇ, ਭਾਵ ਗੁਰੂ ਨਾਨਕ ਪਾਤਸ਼ਾਹ ਨੇ। ਨਾਮ ਨਿਰੰਜਨ ਜਾਣਿਓ। ਨਿਰੰਜਨ ਮੈਨੇ ਅੰਜਨ, ਮਾਇਆ ਦੀ ਕਾਲਖ ਤੋਂ ਰਹਿਤ ਨਿਰਅੰਜਨ। ਉਹ ਨਾਮ ਜਿਹੜਾ ਨਿਰਲੇਪ ਹੈ, ਨਿਰੰਜਨ ਪ੍ਰਭੂ ਦਾ ਨਾਮ ਪਛਾਣ ਲਿਆ। ਨਿਰੰਜਨ ਦੇ ਨੰਨੇ ਨੂੰ ਔਂਕੜ ਨਹੀਂ ਆਈ, ਇੱਥੇ ਲੁਪਤ ਸੰਬੰਧਕ ਲੱਗ ਗਿਆ ਦਾ। ਨਿਰੰਜਨ ਦਾ ਨਾਮ, ਮੰਮੇ ਨੂੰ ਆ ਗਈ ਔਂਕੜ। ਨਿਰੰਜਨ ਦਾ ਨਾਮ ਮੈਨੇ ਪ੍ਰਭੂ ਦਾ ਨਾਮ। ਜਾਣਿਓ ਮੈਨੇ ਜਾਣ ਲਿਆ, ਪਛਾਣ ਲਿਆ। ਨਾਨਕ ਨਾਮ ਨਿਰੰਜਨ ਜਾਣਿਓ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਨਿਰੰਜਨ ਪ੍ਰਭੂ ਦਾ ਨਾਮ ਜਾਣ ਲਿਆ, ਪਛਾਣ ਲਿਆ, ਸਮਝ ਲਿਆ। ਕੀਨੀ ਭਗਤ ਪ੍ਰੇਮ ਲਿਵ ਲਾਈ। ਕੀਨੀ ਭਗਤ, ਭਗਤ ਦੇ ਆਗੇ ਦਿੱਤੇ ਨੂੰ ਸਿਆਰੀ। ਜਿੱਥੇ ਵੀ ਸਮਗਰ ਗੁਰਬਾਣੀ ਵਿੱਚ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਦੇ ਤੱਤੇ ਨੂੰ ਸਿਆਰੀ ਆਏਗੀ, ਉੱਥੇ ਅਰਥ ਬਣੇਗਾ ਭਗਤੀ। ਜਿੱਥੇ ਭਗਤ ਦੇ ਤੱਤੇ ਨੂੰ ਔਂਕੜ ਆਏਗੀ, ਉੱਥੇ ਇੱਕ ਭਗਤ। ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਆਈ, ਭਾਵ ਭਗਤੀ। ਕੀਨੀ ਭਗਤ ਪ੍ਰੇਮ ਲਿਵ ਲਾਈ। ਪ੍ਰੇਮ, ਹੁਣ ਪ੍ਰੇਮ ਜਿਹੜਾ ਹੈ ਉਹ ਇੱਕ ਵਚਨ ਪੁਲਿੰਗ ਸ਼ਬਦ ਹੈ, ਪਰ ਔਂਕੜ ਤਾਂ ਨਹੀਂ ਆਈ, ਅੱਗੇ ਲੁਪਤ ਸੰਬੰਧਕ ਆ ਗਿਆ ਪ੍ਰੇਮ ਨਾਲ। ਲਿਵ ਲਾਈ, ਬਿਰਤੀ ਜੋੜ ਲਈ। ਲਿਵ ਇਸਤਰੀ ਲਿੰਗ ਸ਼ਬਦ ਹੋਣ ਕਰਕੇ ਵਾਵਾ ਹਮੇਸ਼ਾ ਦਾ ਮੁਕਤਾ ਹੀ ਆਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਨਿਰੰਜਨ ਪ੍ਰਭੂ ਦਾ ਨਾਮ ਪਛਾਣ ਲਿਆ। ਪ੍ਰੇਮ ਵਿੱਚ ਲਿਵ ਜੋੜ ਕੇ ਉਹਨਾਂ ਭਗਤੀ ਕੀਤੀ। ਕੀਨੀ ਭਗਤ, ਉਹਨਾਂ ਨੇ ਭਗਤੀ ਕੀਤੀ। ਕਿਹੜੀ ਭਗਤੀ ਕੀਤੀ? ਪ੍ਰੇਮ ਲਿਵ ਲਾਈ। ਪ੍ਰੇਮ ਦੇ ਨਾਲ ਪ੍ਰਭੂ ਚ ਬਿਰਤੀ ਜੋੜ ਲਈ। ਪ੍ਰੇਮ ਹੀ ਉਹਨਾਂ ਦਾ ਰਸਤਾ ਹੈ ਪ੍ਰਭੂ ਤੱਕ ਪਹੁੰਚਣ ਦਾ। ਅਸਲ ਦੇ ਵਿੱਚ ਪ੍ਰੇਮ ਉਹ ਬੋਲੀ ਹੈ ਜਿਹਦੇ ਨਾਲ ਰੱਬ ਨਾਲ ਗੱਲ ਕੀਤੀ ਜਾ ਸਕਦੀ ਹੈ। ਕਿਸੇ ਨਾਲ ਗੱਲ ਕਰਨੀ ਹੋਵੇ, ਸਾਨੂੰ ਉਹਦੀ ਲੈਂਗੁਏਜ ਆਣੀ ਚਾਹੀਦੀ ਹੈ, ਉਹਦੀ ਭਾਸ਼ਾ ਆਣੀ ਚਾਹੀਦੀ ਹੈ। ਮਾਨੋ ਅਸੀਂ ਕਿਸੇ ਵਿਦੇਸ਼ ਦੇ ਵਿੱਚ ਆ, ਫਰਾਂਸ ਵਿੱਚ ਆ, ਤੇ ਸਾਨੂੰ ਫਰਾਂਸੀਸੀ ਬੰਦੇ ਦੇ ਨਾਲ ਗੱਲ ਕਰਨ ਵਾਸਤੇ ਫ੍ਰੈਂਚ ਆਉਣੀ ਚਾਹੀਦੀ ਹੈ, ਤਾਂ ਹੀ ਅਸੀਂ ਗੱਲ ਕਰ ਸਕਾਂਗੇ। ਜਾਂ ਫਿਰ ਉਹਨੂੰ ਸਾਡੀ ਭਾਸ਼ਾ ਆਣੀ ਚਾਹੀਦੀ ਹੈ, ਤਾਂ ਅਸੀਂ ਗੱਲ ਕਰ ਸਕਦੇ ਹਾਂ। ਇੱਕ ਛੋਟੇ ਬੱਚੇ ਨਾਲ ਵੀ ਗੱਲ ਕਰਨੀ ਹੋਵੇ ਤੇ ਅਸੀਂ ਤੋਤਲੀ ਜ਼ੁਬਾਨ ਬੋਲਣ ਲੱਗ ਜਾਂਦੇ ਆ, ਕਿਉਂਕਿ ਬੱਚਾ ਤੋਤਲੀ ਜ਼ੁਬਾਨ ਵਿੱਚ ਬੋਲਦਾ ਹੈ। ਬਜ਼ੁਰਗ ਨਾਲ ਗੱਲ ਕਰਨੀ ਹੋਵੇ, ਅਸੀਂ ਗੰਭੀਰ ਸ਼ਬਦਾਵਲੀ ਵਰਤਦੇ ਹਾਂ, ਕਿਉਂਕਿ ਉਹ ਸਿਆਣਾ, ਤਜਰਬੇਕਾਰ, ਉਹਦੀ ਸ਼ਬਦਾਵਲੀ ਗੰਭੀਰ ਹੈ। ਕਿਸੇ ਨਾਲ ਵੀ ਗੱਲ ਕਰਨੀ ਹੋਵੇ, ਸਾਨੂੰ ਉਹਦੀ ਬੋਲੀ ਆਣੀ ਚਾਹੀਦੀ ਹੈ। ਮਾਨੋ ਵਿਦੇਸ਼ਾਂ ਦੇ ਵਿੱਚ ਜਿਹੜੇ ਬੱਚੇ ਨੇ ਕਿਉਂ ਸਿੱਖੀ ਤੋਂ ਦੂਰ ਜਾ ਰਹੇ ਨੇ, ਸਭ ਤੋਂ ਵੱਡਾ ਰੀਜ਼ਨ ਹੀ ਇਹ ਹੈਗਾ ਕਿ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਤੇ ਜਿਹੜੇ ਸਾਡੇ ਪ੍ਰਚਾਰਕ ਤਬਕੇ ਨੇ, ਉਹਨਾਂ ਨੂੰ ਸਿਰਫ ਪੰਜਾਬੀ ਆਉਂਦੀ ਹੈ, ਉਹਨਾਂ ਦੀ ਬੋਲੀ ਨਹੀਂ ਆਉਂਦੀ। ਇਸ ਕਰਕੇ ਉਹ ਆਪਣੀ ਗੱਲ ਉਹਨਾਂ ਤੱਕ ਸਮਝਾ ਨਹੀਂ ਸਕਦੇ, ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਜੇ ਉਹ ਕੁਝ ਕਹਿੰਦੇ ਨੇ ਤੇ ਸਾਡੇ ਪ੍ਰਚਾਰਕ ਸਮਝ ਨਹੀਂ ਸਕਦੇ, ਕਿਉਂਕਿ ਬੋਲੀ ਮੈਚ ਨਹੀਂ ਕਰ ਰਹੀ। ਜਿਹਨੇ ਪ੍ਰਭੂ ਨਾਲ ਗੱਲ ਕਰਨੀ ਹੈ ਤੇ ਪ੍ਰਭੂ ਦੀ ਬੋਲੀ ਹੈ ਇੱਕ, ਜਾਂ ਤੇ ਸਾਨੂੰ ਪ੍ਰਭੂ ਦੀ ਬੋਲੀ ਆਣੀ ਚਾਹੀਦੀ ਹੈ, ਤਾਂ ਅਸੀਂ ਆਪਣੀ ਗੱਲ ਪ੍ਰਭੂ ਨਾਲ ਕਰ ਸਕਦੇ ਹਾਂ, ਤੇ ਜਾਂ ਪ੍ਰਭੂ ਨੂੰ ਸਾਡੀ ਬੋਲੀ ਆਣੀ ਚਾਹੀਦੀ ਹੈ, ਜੋ ਕਿ ਅਸੰਭਵ ਹੈ, ਕਿਉਂਕਿ ਸਾਡੀ ਬੋਲੀ ਤੇ ਹੈਗੀ ਨਿੰਦਿਆ, ਈਰਖਾ, ਕੌੜੀ ਸ਼ਬਦਾਵਲੀ, ਚੁਗਲੀ। ਸਾਡੀ ਬੋਲੀ ਤੇ ਝੂਠ ਹੈ, ਤੇ ਪ੍ਰਭੂ ਦੀ ਬੋਲੀ ਹੈ ਪ੍ਰੇਮ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਉਸ ਅਪਾਰ ਪ੍ਰਭੂ ਦੀ ਭਾਖਿਆ, ਮੈਨੇ ਭਾਖਾ, ਬੋਲੀ, ਭਾਸ਼ਾ, ਉਹ ਹੈ ਭਾਉ, ਪ੍ਰੇਮ। ਤੇ ਜਿਹਨੇ ਪ੍ਰਭੂ ਨਾਲ ਗੱਲ ਕਰਨੀ ਹੈ, ਉਹਦੇ ਅੰਦਰ ਪ੍ਰੇਮ ਹੋਣਾ ਚਾਹੀਦਾ ਹੈ।
ਤੇ ਪ੍ਰੇਮ ਐਸੀ ਬੋਲੀ ਹੈ ਜਿਹੜਾ ਕੇਵਲ ਪ੍ਰਭੂ ਹੀ ਨਹੀਂ ਸਮਝਦਾ, ਪ੍ਰੇਮ ਦੀ ਬੋਲੀ ਨੂੰ ਸਾਰੀ ਦੁਨੀਆ ਸਮਝਦੀ। ਇੱਕ ਬੋਲਾ ਆਦਮੀ ਜਿਹੜਾ ਸੁਣ ਨਹੀਂ ਸਕਦਾ, ਪ੍ਰੇਮ ਦੀ ਬੋਲੀ ਤੇ ਉਹ ਵੀ ਸਮਝ ਲੈਂਦਾ ਹੈ। ਗੂੰਗਾ ਵੀ ਸਮਝ ਲੈਂਦਾ ਹੈ, ਬੋਲਾ ਵੀ ਸਮਝ ਲੈਂਦਾ ਹੈ, ਇੱਕ ਕਮਲਾ ਪਾਗਲ ਵੀ ਸਮਝ ਲੈਂਦਾ ਹੈ, ਇੱਕ ਬੱਚਾ ਵੀ ਸਮਝ ਜਾਂਦਾ ਹੈ, ਬਜ਼ੁਰਗ। ਪ੍ਰੇਮ ਐਸੀ ਬੋਲੀ ਹੈ ਜਿਹਨੂੰ ਪਸ਼ੂ ਤੇ ਪੰਛੀ ਵੀ ਸਮਝ ਜਾਂਦੇ ਨੇ। ਜਿਨ੍ਹਾਂ ਪੰਛੀਆਂ ਨਾਲ ਪ੍ਰੇਮ ਕਰਦੇ ਆ ਉਹ ਵੀ ਪ੍ਰੇਮ ਕਰਦੇ ਨੇ, ਪਸ਼ੂਆਂ ਨਾਲ ਪ੍ਰੇਮ ਕਰਦੇ ਆ ਉਹ ਪਿੱਛੇ ਤੁਰੇ ਫਿਰਦੇ ਨੇ ਸਾਡੇ। ਇਹ ਪ੍ਰੇਮ ਦੀ ਬੋਲੀ ਤੇ ਪਸ਼ੂ ਪੰਛੀ ਵੀ ਸਮਝ ਜਾਂਦੇ ਨੇ। ਇਹ ਪ੍ਰਭੂ ਦੀ ਬੋਲੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਨਿਰੰਜਨ ਦਾ ਨਾਮ ਪਛਾਣਿਆ ਕਿਵੇਂ? ਪ੍ਰੇਮ ਦੇ ਨਾਲ। ਕਿੰਨੀ ਭਗਤ, ਕਿਵੇਂ ਭਗਤੀ ਕੀਤੀ? ਪ੍ਰੇਮ ਲਿਵ ਲਾਈ। ਪ੍ਰੇਮ ਦੇ ਨਾਲ ਉਹਨਾਂ ਬਿਰਤੀ ਜੋੜੀ, ਧਿਆਨ ਜੋੜਿਆ ਪ੍ਰਭੂ ਨਾਲ। ਪ੍ਰੇਮ ਦੇ ਨਾਲ ਉਹਨਾਂ ਦੀ ਪ੍ਰਭੂ ਨਾਲ ਚਰਚਾ ਹੋਈ। ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਸੀ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਮੇਰੇ ਪ੍ਰਭੂ ਦੀ ਬੋਲੀ ਹੀ ਪ੍ਰੇਮ ਹੈ, ਤੇ ਜੇ ਪ੍ਰਭੂ ਦੀ ਬੋਲੀ ਪ੍ਰੇਮ ਹੈ ਤੇ ਮੈਨੂੰ ਪ੍ਰੇਮ ਆਉਣਾ ਚਾਹੀਦਾ ਹੈ। ਤੇ ਪ੍ਰੇਮ ਦੀ ਬੋਲੀ ਦੀ ਇੱਕੋ ਹੀ ਸ਼ਰਤ ਹੈ, ਦੋ ਲਫ਼ਜ਼ਾਂ ਨੂੰ ਲਾ ਕੇ ਬਣਿਆ ਪ੍ਰੇਮ, ਪਰੇ ਪਲੱਸ ਮੈਂ। ਜਿੱਥੇ ਮੈਂ ਪਰੇ ਹੋ ਗਈ, ਦੂਜੇ ਨੂੰ ਪਹਿਲ ਦਿੱਤੀ, ਉੱਥੇ ਪ੍ਰੇਮ ਹੈ। ਜਿੱਥੇ ਅਸੀਂ ਮਿੱਤਰ ਦੇ ਸਾਹਮਣੇ ਆਪਣੇ ਆਪ ਨੂੰ ਪਰੇ ਕਰਕੇ ਮਿੱਤਰ ਨੂੰ ਪਹਿਲ ਦੇ ਦਿੱਤੀ, ਉਹਨੂੰ ਸਤਿਕਾਰ ਦੇ ਦਿੱਤਾ, ਉਹ ਸਾਡਾ ਪ੍ਰੇਮ ਹੈ ਉਹਦੇ ਨਾਲ। ਜਿੱਥੇ ਪਤੀ ਨੇ ਆਪਣੀ ਹੌਂ ਛੱਡ ਕੇ ਪਤਨੀ ਨੂੰ ਪਹਿਲ ਦੇ ਦਿੱਤੀ, ਉੱਥੇ ਉਹਦਾ ਪਤਨੀ ਨਾਲ ਪ੍ਰੇਮ ਹੈ, ਪ੍ਰੇਮ ਪ੍ਰਗਟ ਕਰ ਦਿੱਤਾ, ਉਹਨੇ ਸਤਿਕਾਰ ਦੇ ਦਿੱਤਾ। ਜਿੱਥੇ ਪਤਨੀ ਨੇ ਆਪਣੀ ਮੈਂ ਪਰੇ ਕਰਕੇ ਪਤੀ ਨੂੰ ਪਹਿਲ ਦੇ ਦਿੱਤੀ, ਉਹਨੇ ਪਤੀ ਨੂੰ ਸਤਿਕਾਰ ਦੇ ਦਿੱਤਾ, ਉਹ ਪ੍ਰੇਮ ਹੈ। ਬਸ ਪ੍ਰੇਮ ਦੀ ਇਹੀ ਨਿਸ਼ਾਨੀ ਹੈ, ਜਿੱਥੇ ਮੈਂ ਪਰੇ ਹੋ ਜਾਏ, ਪਰੇ ਪਲੱਸ ਮੈਂ, ਜਿੱਥੇ ਹਉ ਪਰੇ ਹੋ ਜਾਏ ਤੇ ਦੂਜੇ ਨੂੰ ਪਹਿਲ, ਦੂਜੇ ਨੂੰ ਸਤਿਕਾਰ, ਦੂਜੇ ਨੂੰ ਉੱਚਾ ਮਾਣ ਦੇ ਦਿੱਤਾ ਜਾਏ, ਸਮਝ ਲਓ ਅਸੀਂ ਦੂਜੇ ਦੇ ਪ੍ਰਤੀ ਪ੍ਰੇਮ ਪ੍ਰਗਟ ਕਰ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰੇਮ ਦੇ ਨਾਲ ਧਿਆਨ ਜੋੜਿਆ, ਭਾਵ ਆਪਣੀ ਮੈਂ ਪਰੇ ਕਰਕੇ ਪ੍ਰਭੂ ਨੂੰ ਸਮਰਪਿਤ ਹੋ ਗਏ, ਪ੍ਰਭੂ ਨੂੰ ਸਤਿਕਾਰ ਦੇ ਦਿੱਤਾ, ਪ੍ਰਭੂ ਨੂੰ ਮਾਣ ਦੇ ਦਿੱਤਾ, ਤੇ ਪ੍ਰਭੂ ਨਾਲ ਪ੍ਰੇਮ ਦੀ ਭਾਸ਼ਾ ਵਿੱਚ ਗੱਲ ਕੀਤੀ। ਨਾਨਕ ਨਾਮ ਨਿਰੰਜਨ ਜਾਣਿਓ, ਇਸ ਤਰ੍ਹਾਂ ਨਿਰੰਜਨ ਦਾ ਨਾਮ ਜਾਣਿਆ। ਕਿੰਨੀ ਭਗਤ ਉਹਨਾਂ ਨੇ ਭਗਤੀ ਕੀਤੀ, ਕਿਵੇਂ? ਪ੍ਰੇਮ ਲਿਵ ਲਾਈ। ਪ੍ਰੇਮ ਦੇ ਨਾਲ ਧਿਆਨ ਜੋੜ ਕੇ, ਪ੍ਰੇਮ ਦੇ ਨਾਲ ਪ੍ਰਭੂ ਨਾਲ ਬਿਰਤੀ ਜੋੜ ਲਈ। ਤਾਤੇ, ਹੁਣ ਇਹ ਲਫ਼ਜ਼ ਫਿਰ ਆ ਗਿਆ, ਤਾਤੇ ਮੈਨੇ ਉਸ ਤੋਂ। ਇੱਥੇ ਤਾਂ ਤੇ ਨਹੀਂ ਪਾਠ ਹੋਏਗਾ, ਤਾਂ ਪ੍ਰਯੋਜਕ ਬਣ ਜਾਏਗਾ, ਕੰਜੰਕਸ਼ਨ, ਜਿਹੜਾ ਦੋ ਵਾਕਾਂ ਨੂੰ, ਦੋ ਸੈਂਟੈਂਸ ਨੂੰ ਆਪਸ ਚ ਜੋੜਦਾ ਹੈ। ਪਰ ਇੱਥੇ ਤਾਂ ਮੈਨੇ ਉਸ, ਪ੍ਰਨਾਉਨ ਆ ਗਿਆ ਇਹ। ਤਾਤੇ ਮੈਨੇ ਉਸ ਤੋਂ, ਉਸ ਗੁਰੂ ਨਾਨਕ ਸਾਹਿਬ ਤੋਂ ਕੀ ਹੋਇਆ? ਅੰਗਦ ਅੰਗ ਸੰਗ ਭਇਓ ਸਾਇਰ। ਇੱਥੇ ਸਾਇਰ ਪਾਠ ਹੋਏਗਾ, ਸ਼ਾਇਰ ਨਹੀਂ। ਜੇ ਸ਼ਾਇਰ ਕਵਾਂਗੇ ਫਿਰ ਬਣ ਜਾਏਗਾ ਕਵੀ, ਜਿਹੜਾ ਗੁਰੂ ਨਾਨਕ ਪਾਤਸ਼ਾਹ ਆਪਣੇ ਵਾਸਤੇ ਕਹਿੰਦੇ ਨੇ, ਨਾਨਕ ਸ਼ਾਇਰ ਏਮ ਕਹਿਤ ਹੈ, ਉੱਥੇ ਸ਼ਾਇਰ ਕਹਿਣਾ ਪਏਗਾ। ਸ਼ਾਇਰ ਕਵਾਂਗੇ ਬਣ ਜਾਏਗਾ ਵੀ ਗੁਰੂ ਨਾਨਕ ਕਵੀ ਇਸ ਤਰ੍ਹਾਂ ਕਹਿੰਦੇ ਨੇ, ਨਾਨਕ ਸ਼ਾਇਰ ਏਮ ਕਹਿਤ ਹੈ। ਇਸ ਕਰਕੇ ਸ ਤੇ ਸ਼ ਚ ਬਹੁਤ ਫਰਕ ਹੋ ਜਾਂਦਾ ਹੈ ਅਰਥਾਂ ਦਾ। ਜਿੱਥੇ ਸ ਬੋਲਣਾ ਹੈ ਤੇ ਸ ਬੋਲੋ, ਜਿੱਥੇ ਸ਼ ਬੋਲਣਾ ਤੇ ਸ ਨਹੀਂ ਬੋਲਿਆ ਜਾ ਸਕਦਾ, ਸ਼ ਹੀ ਬੋਲਣਾ ਪਏਗਾ, ਨਹੀਂ ਤੇ ਅਰਥਾਂ ਦੇ ਅਨਰਥ ਹੋ ਜਾਣਗੇ। ਜਿੱਥੇ ਸਾਹਾਂ ਦੀ ਗੱਲ ਚੱਲ ਰਹੀ ਹੈ ਉੱਥੇ ਸਾਹ, ਤੇ ਜਿੱਥੇ ਪਾਤਸ਼ਾਹ ਸ਼ਾਹ ਦੀ ਗੱਲ ਚੱਲ ਰਹੀ ਉੱਥੇ ਸ਼ਾਹ, ਸ਼ਾਹ ਕਹਿਣਾ ਪੜੇ, ਸਿਰ ਸ਼ਾਹਾਂ ਦੇ ਸ਼ਾਹ। ਤੇ ਜਿੱਥੇ ਸਾਹਾਂ ਦੇ ਸਾਹ ਕਵਾਂਗੇ ਤੇ ਜਿਹੜੇ ਸਾਹ ਲੈਣੇ ਆ ਉਹ ਬਣ ਜਾਣਗੇ ਜੀ ਸਾਹਾਂ ਦੇ ਵੱਡੇ ਸਾਹ, ਪਤਾ ਨਹੀਂ ਕਿਹੜੇ ਵੱਡੇ ਸਾਹ ਨੇ, ਉੱਥੇ ਸ਼ਾਹ ਦੀ ਗੱਲ ਹੈ। ਗੁਰੂ ਸਾਹਿਬ ਦੇ ਜ਼ਮਾਨੇ ਵਿੱਚ ਸ਼ ਦਾ ਉਚਾਰਨ ਹੁੰਦਾ ਸੀ, ਅਜੇ ਲਿਖਤ ਵਿੱਚ ਨਹੀਂ ਸੀ ਆਇਆ, ਕਿਉਂਕਿ ਪੰਜਾਬੀ ਲਿਪੀ ਨੇ ਹੌਲੀ ਹੌਲੀ ਵਿਕਾਸ ਕੀਤਾ। ਬਾਹਰਲੀਆਂ ਭਾਸ਼ਾਵਾਂ ਦੇ, ਬਾਹਰਲੀਆਂ ਪੱਖਾਵਾਂ ਦੇ ਸ਼ਬਦ ਜਦੋਂ ਸਾਡੇ ਵਿੱਚ ਆਏ, ਉਦੋਂ ਸਾਡੀ ਬੋਲੀ ਅਮੀਰ ਹੁੰਦੀ ਗਈ। ਪਰ ਉਸ ਬੋਲੀ ਨੂੰ ਲਿਖਤ ਰੂਪ ਵਿੱਚ ਵੀ ਪ੍ਰਗਟ ਕਰਨ ਵਾਸਤੇ ਸਾਨੂੰ 35, ਪੰਜਾਬੀ ਜਿਹੜੀ ਸੀ 35, ਉਹਦੇ ਵਿੱਚ 5-6 ਅੱਖਰ ਹੋਰ ਜੋੜਨੇ ਪੈ ਗਏ। ਨਹੀਂ ਤੇ ਸਾਡੀ ਜਿਹੜੀ ਲਿਪੀ ਉਹ 35 ਹੈ, ਊੜੇ ਤੋਂ ਲੈ ਕੇ ੜਾੜੇ ਤੱਕ। ਸ ਪਰ ਬਿੰਦੀ ਸ਼ਾਹ ਬੋਲੇ ਜਿਹੜਾ ਹੈ ਨਾ, ਉਹ ਸਾਡਾ ਲਫ਼ਜ਼ ਨਹੀਂ, ਅਸੀਂ ਬਾਅਦ ਵਿੱਚ ਜੋੜਿਆ, ਉਹ ਬੋਲਿਆ ਜਾਂਦਾ ਸੀ। ਜਿਵੇਂ ਸਾਡੇ ਚ ਸ਼ਲਗਮ ਨਹੀਂ ਕਹਿੰਦੇ, ਸ਼ਲਗਮ ਅਰਬੀ ਫਾਰਸੀ ਦਾ ਸ਼ਬਦ ਹੈ। ਸਾਡੇ ਜਿੱਥੇ ਗੋਂਗਲੂ ਕਹਿੰਦੇ ਹੁੰਦੇ ਸਨ ਪੰਜਾਬ ਦੇ ਵਿੱਚ, ਸ਼ ਲਫ਼ਜ਼ ਹੀ ਨਹੀਂ ਸੀ ਸਾਡੀ ਬੋਲੀ ਚ। ਸਾਡੇ ਚ ਗੁਬਾਰਾ ਨਹੀਂ ਸੀ ਕਹਿੰਦੇ, ਗੁਬਾਰਾ ਅਰਬੀ ਫਾਰਸੀ ਦਾ ਸ਼ਬਦ ਹੈ, ਸਾਡੇ ਚ ਕਹਿੰਦੇ ਸੀ ਪੁਕਾਨਾ। ਸਾਡੇ ਚ ਸ਼ੇਰ ਨਹੀਂ ਸੀ ਕਹਿੰਦੇ, ਸ਼ੇਰ ਤੇ ਸੰਸਕ੍ਰਿਤ ਦਾ ਸ਼ਬਦ ਹੈ, ਹਿੰਦੀ ਦਾ ਸ਼ਬਦ ਹੈ, ਸਾਡੇ ਚ ਕਹਿੰਦੇ ਸੀ ਕੇਰ। ਪਰ ਜਦੋਂ ਹਿੰਦੀ, ਸੰਸਕ੍ਰਿਤ, ਅਰਬੀ, ਫਾਰਸੀ ਦੇ ਸ਼ਬਦ ਮਿਕਸ ਹੋ ਗਏ, ਬੋਲਦੇ ਤੇ ਅਸੀਂ ਉਦਾਂ ਹੀ ਸਾਂ ਜਿੱਦਾਂ ਉਹ ਲੋਕ ਬੋਲਦੇ ਸਨ, ਪਰ ਸਾਡੇ ਕੋਲ ਲਿਖਣ ਵਿੱਚ ਅੱਖਰ ਨਹੀਂ ਸੀ। ਜਦੋਂ ਗੁਰੂ ਸਾਹਿਬ ਨੇ ਗੁਰਬਾਣੀ ਲਿਖੀ
ਲਿਖਾਈ ਭਾਈ ਗੁਰਦਾਸ ਜੀ ਤੋਂ, ਉਦੋਂ ਸ ਪਰ ਬਿੰਦੀ ਸ਼ ਨਹੀਂ ਸੀ ਆਇਆ, ਇਸ ਕਰਕੇ ਸ ਹੀ ਲਿਖਣਾ ਪਿਆ। ਤੇ ਉੱਥੇ ਨਾਨਕ ਸ਼ਾਇਰ ਪੜਿਆ ਜਾਏਗਾ, ਸਾਇਰ ਨਹੀਂ। ਪਰ ਇੱਥੇ ਸਾਇਰ ਦਾ ਮਤਲਬ ਹੈ ਸਮੁੰਦਰ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ। ਗੁਰੂ ਅੰਗਦ ਦੇ ਪਾਤਸ਼ਾਹ ਦਾ ਇੱਥੇ ਜ਼ਿਕਰ ਹੈ, ਇਸ ਕਰਕੇ ਦੱਦੇ ਨੂੰ ਆ ਗਈ ਔਂਕੜ। ਗੁਰੂ ਅੰਗਦ ਦੇ ਪਾਤਸ਼ਾਹ ਉਸ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅੰਗਦ ਦੇਵ ਜੀ ਅੰਗ ਸੰਗ ਭਇਓ, ਅੰਗ ਸੰਗ ਰਹੇ, ਜਿਹੜੇ ਨਾਲ ਰਹੇ, ਉਹਨਾਂ ਦੀ ਹਜ਼ੂਰੀ ਚ ਟਿਕੇ ਰਹੇ, ਭਇਓ ਸਾਇਰ, ਉਹ ਸਮੁੰਦਰ ਹੋ ਗਏ, ਸਾਇਰ ਬਣ ਗਏ, ਸਮੁੰਦਰ ਬਣ ਗਏ। ਕਿਉਂਕਿ ਗੁਰੂ ਨਾਨਕ ਸਮੁੰਦਰ ਨੇ ਭਾਈ ਲਹਿਣੇ ਨੂੰ ਆਪਣੇ ਚ ਮਿਲਾ ਕੇ ਸਮੁੰਦਰ ਕਰ ਦਿੱਤਾ, ਆਪਣਾ ਰੂਪ ਦੇ ਦਿੱਤਾ। ਗੁਰੂ ਨੇ ਆਪਣੇ ਵਰਗਾ ਬਣਾ ਦਿੱਤਾ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ, ਆਪਣਾ ਰੂਪ ਕਰ ਦਿੱਤਾ। ਗੁਰੂ ਕਿਰਪਾ ਚੇ ਨਰਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ, ਇੱਕ ਰੂਪ ਹੋ ਗਏ। कबीर तू तू करता तू हुआ मुझ में रहा ना हूं, जब आपा पर का मिट गया जब देखो ता तू। ਜਦੋਂ ਕੋਈ ਨਦੀ ਦਰਿਆ ਸਾਗਰ ਦੇ ਚਰਨਾਂ ਨੂੰ ਛੂੰਹਦਾ ਹੈ ਤੇ ਸਾਗਰ ਪਹਿਲਾ ਕੰਮ ਇਹ ਕਰਦਾ ਹੈ, ਉਹਨੂੰ ਆਪਣਾ ਰੂਪ ਦੇ ਦਿੰਦਾ ਹੈ। ਜਦੋਂ ਸਤਲੁਜ ਸਮੁੰਦਰ ਚ ਮਿਲਿਆ, ਬਿਆਸ ਸਮੁੰਦਰ ਚ ਮਿਲਿਆ, ਰਾਵੀ ਦਰਿਆ ਸਮੁੰਦਰ ਚ ਮਿਲਿਆ, ਜੇਹਲਮ ਤੇ ਚਨਾਹ ਸਮੁੰਦਰ ਚ ਮਿਲਿਆ, ਕਿਸੇ ਨੇ ਇਹ ਨਹੀਂ ਕਿਹਾ ਸਮੁੰਦਰ ਦੇ ਵਿੱਚ ਆ ਸਤਲੁਜ ਵਗ ਰਿਹਾ ਹੈ, ਆ ਬਿਆਸ ਵਗ ਰਿਹਾ ਹੈ। ਨਹੀਂ ਨਹੀਂ, ਜਿੱਥੇ ਚਰਨਾਂ ਨੂੰ ਛੋਇਆ ਸਾਗਰ ਦੇ, ਉੱਥੇ ਦਰਿਆ ਮਿਟ ਗਿਆ, ਸਾਗਰ ਹੀ ਹੋ ਗਿਆ। ਇਸ ਕਰਕੇ ਉਦਣ ਹੀ ਸਾਗਰ ਹੋ ਗਿਆ ਜਿੱਦਣ ਚਰਨਾਂ ਨੂੰ ਛੋਇਆ। ਗੁਰੂ ਨਾਨਕ ਪਾਤਸ਼ਾਹ ਸਾਗਰ ਨੇ, ਭਾਈ ਲਹਿਣਾ ਨੇ ਗੁਰੂ ਨਾਨਕ ਦੇ ਚਰਨਾਂ ਨੂੰ ਛੋਇਆ, ਮਿਟ ਗਏ ਗੁਰੂ ਦੇ ਚਰਨਾਂ ਦੇ ਵਿੱਚ। ਜਦੋਂ ਮਿਟ ਗਏ, ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਆਪਣਾ ਰੂਪ ਦੇ ਦਿੱਤਾ, ਉਹਨਾਂ ਨੂੰ ਵੀ ਸਮੁੰਦਰ ਬਣਾ ਦਿੱਤਾ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ। ਗੁਰੂ ਅੰਗਦ ਦੇ ਪਾਤਸ਼ਾਹ ਜਿਹੜੇ ਗੁਰੂ ਦੇ ਹਜ਼ੂਰੀ ਟਿਕੇ, ਸਮੁੰਦਰ ਹੋ ਗਏ। ਭਇਓ ਮੈਨੇ ਹੋ ਗਏ ਸਾਇਰ, ਸਮੁੰਦਰ ਬਣ ਗਏ। ਤਿੰਨ, ਇੱਥੇ ਤਿੰਨ ਦੇ ਨੰਨੇ ਨੂੰ ਆ ਗਈ ਸਿਆਰੀ, ਇੱਕ ਵਚਨੀ ਅਰਥ ਹੋਣਗੇ ਤਿਸ ਨੇ। ਫਿਰ ਉਸ ਗੁਰੂ ਅੰਗਦ ਦੇ ਪਾਤਸ਼ਾਹ ਨੇ ਕੀ ਕੀਤਾ? ਸ਼ਬਦ ਸੁਰਤ ਕੀਨੀ ਵਰਖਾਈ। ਪ੍ਰਿੰਟਡ ਬੀੜਾਂ ਵਿੱਚ ਇਹ ਪਾਠ ਅਸੀਂ ਪੜ੍ਹਦੇ ਹਾਂ, ਤਿੰਨ ਸ਼ਬਦ ਸੁਰਤ ਕੀ ਨੀਂਵ ਰਖਾਈ। ਭਾਵ ਗੁਰੂ ਅੰਗਦ ਦੇ ਪਾਤਸ਼ਾਹ ਨੇ ਸ਼ਬਦ ਸੁਰਤ ਦੀ ਨੀਂਹ ਰੱਖੀ। ਗੜਬੜ ਹੋ ਜਾਏਗੀ। ਸ਼ਬਦ ਸੁਰਤ ਦੀ ਨੀਂਹ ਤੇ ਗੁਰੂ ਨਾਨਕ ਪਾਤਸ਼ਾਹ ਰੱਖ ਕੇ ਗਏ ਨੇ। ਜਦੋਂ ਸਿੱਧਾ ਨੇ ਸਵਾਲ ਕੀਤਾ ਸੀ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ, ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਤੁਮ ਚੇਲਾ। ਉਹਨਾਂ ਜਵਾਬ ਦਿੱਤਾ ਸੀ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਮ ਚੇਲਾ। ਸ਼ਬਦ ਗੁਰੂ ਹੈ, ਸੁਰਤੀ ਜਿਹੜੀ ਹੈ ਉਹ ਚੇਲਾ ਹੈ। ਧੁਨ ਦਾ ਮਤਲਬ ਆਵਾਜ਼ ਨਹੀਂ, ਧੁਨੀ ਨਹੀਂ, ਨਾਦ ਨਹੀਂ ਹੈ ਧੁਨ ਦਾ ਮਤਲਬ। ਧੁਨ ਦਾ ਮਤਲਬ ਹੈਗਾ ਪੱਕਾ, ਲਗਨ। ਫਲਾਣਾ ਧੁਨ ਦਾ ਬੜਾ ਪੱਕਾ ਹੈ, ਲਗਨ ਦਾ ਬੜਾ ਪੱਕਾ ਹੈ। ਇੱਥੇ ਧੁਨ ਦਾ ਮਤਲਬ ਹੈ ਲਗਨ, ਧੁਨੀ ਆਵਾਜ਼ ਨਹੀਂ। ਜਿਵੇਂ ਬਹੁਤ ਸਾਰੇ ਕਈ ਐਸੇ ਸਾਧ ਨੇ ਜਿਹੜੇ ਧੁਨੀ ਕਹਿ ਕੇ ਪ੍ਰਚਾਰਦੇ ਨੇ ਫਿਰ ਵੀ ਆ ਸੁਰਤੀ ਚ ਸ਼ਬਦ ਦੀ ਧੁਨੀ ਵੱਜੇਗੀ ਤੁਹਾਡੇ, ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਨਹੀਂ ਨਹੀਂ, ਸ਼ਬਦ ਗੁਰੂ ਹੈ, ਸੁਰਤ ਚੇਲਾ ਬਣ ਜਾਏ ਲਗਨ ਲਾ ਕੇ, ਪੱਕੀ ਲਗਨ ਦੇ ਨਾਲ। ਧੁਨ, ਲਗਨ। ਔਰ ਸ਼ਬਦ ਜੇ ਗੁਰੂ ਹੈ ਤੇ ਚੇਲੇ ਅਸੀਂ ਨਹੀਂ ਆ। ਸ਼ਬਦ ਗੁਰੂ ਅੱਗੇ ਅਸੀਂ ਆਪਣਾ ਸਰੀਰ ਤੇ ਝੁਕਾ ਦਿੰਦੇ ਆ, ਪਰ ਸੁਰਤ ਨਹੀਂ ਝੁਕ ਰਹੀ। ਚੇਲਾ ਤੇ ਸੁਰਤ ਨੇ ਬਣਨਾ। ਜਿੱਦਣ ਸੁਰਤ ਝੁਕ ਜਾਏਗੀ ਸ਼ਬਦ ਅੱਗੇ, ਉਸ ਦਿਨ ਸ਼ਬਦ ਸੁਰਤ ਜਿਹੜੀ ਹੈ ਸ਼ਬਦ ਦੀ ਚੇਲਾ ਹੋ ਜਾਏਗੀ। ਸੁਰਤ ਨੇ ਝੁਕਣਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਸੁਰਤ ਦੀ ਨੀਂਹ ਤੇ ਗੁਰੂ ਨਾਨਕ ਪਾਤਸ਼ਾਹ ਰੱਖ ਗਏ ਨੇ। ਇਸ ਕਰਕੇ ਇੱਥੇ ਸ਼ਬਦ ਸੁਰਤ ਕੀ ਨੀਂਵ ਰਖਾਈ ਦੀ ਬਜਾਏ, ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਆਪਣੇ ਦਰਪਣ ਸਟੀਕ ਵਿੱਚ ਦਿੱਤਾ ਹੈਗਾ ਬਕਾਇਦਾ, ਸ਼ਬਦ ਸੁਰਤ ਕੀਨੀ ਵਰਖਾਈ, ਏਦਾਂ ਪਾਠ ਹੈਗਾ ਤਾਂ ਸ਼ੁੱਧ ਅਰਥ ਬਣਨਗੇ ਦੇ। ਹੁਣ ਗੁਰੂ ਅੰਗਦ ਦੇ ਪਾਤਸ਼ਾਹ ਨੇ ਸ਼ਬਦ ਸੁਰਤ ਦੀ ਵਰਖਾ ਕੀਤੀ। ਸ਼ਬਦ ਦੇ ਦੱਦੇ ਨੂੰ ਔਂਕੜ ਨਹੀਂ ਆਈ, ਅੱਗੇ ਲੁਪਤ ਸਮਝਦਾ ਗਾ ਗਿਆ ਸ਼ਬਦ ਦੇ। ਸੁਰਤ, ਸੁਰਤ ਜਿਹੜਾ ਇਸਤਰੀ ਲਿੰਗ ਸ਼ਬਦ ਆਪਣੀ ਮੌਲਿਕ ਸਿਆਰੀ ਨਾਲ ਹੀ ਲੈ ਕੇ ਆਉਂਦਾ ਹੈ। ਸ਼ਬਦ ਦੇ ਧਿਆਨ ਦੀ ਵਰਖਾ ਕੀਤੀ, ਸ਼ਬਦ ਦੀ ਸੁਰਤ ਦੀ ਵਰਖਾ ਕੀਤੀ। ਭਾਵ ਦੁਨੀਆ ਨੂੰ ਸੁਰਤ ਨੂੰ ਸ਼ਬਦ ਵਿੱਚ ਜੋੜਨਾ ਸਿਖਾਇਆ, ਵੀ ਸੁਰਤੀ ਨੂੰ ਸ਼ਬਦ ਵਿੱਚ ਕਿਵੇਂ ਜੋੜਨਾ ਹੈ, ਸ਼ਬਦ ਸੁਰਤ ਦਾ ਮੇਲ ਕਿਵੇਂ ਕਰਨਾ ਹੈ।
ਤੇ ਸ਼ਬਦ ਸੁਰ ਦੇ ਮੇਲ ਦੇ ਨਾਂ ਤੇ ਜਿਹੜੇ ਅਡੰਬਰ ਸਾਡੀ ਕੌਮ ਦੇ ਵਿੱਚ ਕੀਤੇ ਜਾਂਦੇ ਨੇ, ਐਸੇ ਐਸੇ ਅਡੰਬਰ, ਐਸੇ ਐਸੇ ਕੰਮ ਕੀਤੇ ਜਾਂਦੇ ਨੇ, ਹੈਰਾਨ ਹੋ ਜਾਈਦਾ। ਸ਼ਬਦ ਸੁਰ ਦਾ ਜੀ ਅਸੀਂ ਮੇਲ ਕਰਾਨੇ ਆ। ਕਿਵੇਂ ਕਰਾਨੇ ਆ ਜੀ? ਚੌਂਕੜੀ ਮਾਰ ਕੇ ਆਲਤੀ ਪਾਲਤੀ ਆਸਨ ਲਾਏ ਜਾਂਦੇ ਨੇ, ਫਿਰ ਅਗਮ ਨਿਗਮ ਦੀਆਂ ਬਾਤਾਂ ਕਹੀਆਂ ਜਾਂਦੀਆਂ ਨੇ, ਫਿਰ ਸਵਾਸ ਪ੍ਰਾਣ ਚੜਾਏ ਜਾਂਦੇ ਨੇ, ਫਿਰ ਜਾ ਕੇ ਹੌਲੀ ਹੌਲੀ ਸ਼ਬਦ ਉੱਚਾ ਚੜੀ ਜਾਂਦਾ ਹੈ, ਸੁਰਤ ਚ ਵੜ ਜਾਂਦਾ ਹੈ। ਇਦਾਂ ਦੇ ਐਸੇ ਐਸੇ ਸ਼ਬਦ ਵਰਤਦੇ ਨੇ ਜਿਹੜੇ ਗੁਰਬਾਣੀ ਚ ਵੀ ਨਜ਼ਰ ਨਹੀਂ ਆਉਂਦੇ ਕਿਤੇ। ਬੜਾ ਸੌਖਾ ਕਨਸੈਪਟ ਸੀ ਜਿਹੜਾ ਗੁੰਝਲਦਾਰ ਬਣਾ ਕੇ ਰੱਖ ਦਿੱਤਾ ਗਿਆ। ਸ਼ਬਦ ਮੈਨੇ ਗੁਰੂ ਦਾ ਗਿਆਨ, ਸੌਖਾ ਜਿਹਾ ਅਰਥ ਹੈ। ਗੁਰੂ ਦਾ ਉਪਦੇਸ਼ ਗੁਰੂ ਦਾ ਸ਼ਬਦ ਹੈ, ਗੁਰੂ ਦਾ ਗਿਆਨ, ਗੁਰੂ ਦਾ ਸਿਧਾਂਤ, ਗੁਰੂ ਦੀ ਫਲਸਫੀ, ਉਹ ਹੈ ਸ਼ਬਦ। ਤੇ ਸੁਰਤ ਕੀ ਹੈ? ਸੁਰਤ ਹੈ ਸਾਡੀ ਸੋਚ, ਸੁਰਤ ਸਾਡੀ ਮਾਨਸਿਕਤਾ, ਸਾਡੀ ਮੈਂਟੈਲਿਟੀ। ਜਿਸ ਦਿਨ ਸਾਡੀ ਸੁਰਤ ਦੇ ਅੰਦਰ ਸ਼ਬਦ ਚਲਾ ਗਿਆ, ਜਿਸ ਦਿਨ ਸਾਡੀ ਸੋਚ ਦੇ ਵਿੱਚ ਗੁਰੂ ਦਾ ਗਿਆਨ ਚਲਾ ਗਿਆ, ਅਸੀਂ ਗਿਆਨ ਸੋਚਣ ਲੱਗੇ ਵੀ ਗੁਰੂ ਨੇ ਆ ਕਿਹਾ ਸੀ। ਜਿਸ ਦਿਨ ਸਾਡੀ ਮਾਨਸਿਕਤਾ ਦੇ ਵਿੱਚ ਗੁਰੂ ਦਾ ਸਿਧਾਂਤ ਚਲਾ ਗਿਆ, ਜਿਸ ਦਿਨ ਸਾਡੀ ਮੈਂਟੈਲਿਟੀ ਦੇ ਵਿੱਚ ਗੁਰੂ ਦੀ ਫਲਸਫੀ ਚਲੀ ਗਈ, ਉਸ ਦਿਨ ਸ਼ਬਦ ਸੁਰ ਦਾ ਮੇਲ ਹੋ ਜਾਏਗਾ। ਤੇ ਜਿੰਨਾ ਚਿਰ ਅਸੀਂ ਕੇਵਲ ਜਵਾਨੀ ਕਲਾਮੀ ਪੜ ਰਹੇ ਹਾਂ, ਹਰ ਹਰ ਨਿਤ ਕਰੈ ਰਸਨਾ, ਕਹਿਆ ਕਿਛੂ ਨਾ ਜਾਣੀ, ਰੋਜ਼ ਹਰੀ ਹਰੀ ਕਰ ਰਹੇ ਹਾਂ ਪਰ ਜਾਣਦੇ ਨਹੀਂ ਕੀ ਕਹਿ ਰਹੇ ਹਾਂ, ਪਤਾ ਹੀ ਨਹੀਂ ਕੀ ਕਹਿ ਰਹੇ ਹਾਂ। ਸਾਡੀ ਹਾਲਤ ਉਸ ਕਾਜ਼ੀ ਵਰਗੀ, ਉਸ ਨਵਾਬ ਵਰਗੀ ਹੈ ਜਿਹੜਾ ਨਮਾਜ਼ ਤੇ ਪੜ ਰਿਹਾ ਪਰ ਜ਼ਬਾਨੀ ਪੜ ਰਿਹਾ। ਔਰ ਕਾਜ਼ੀ ਗੁਰੂ ਨਾਨਕ ਪਾਤਸ਼ਾਹ ਨੂੰ ਆਖਦਾ, ਸਤਿਗੁਰੂ ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜੋਗੇ, ਤੁਸੀਂ ਪੜ੍ਹੀ ਨਹੀਂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਹਾਂ ਕਾਜ਼ੀ ਅਸੀਂ ਤੇਰੇ ਨਾਲ ਵਾਅਦਾ ਕੀਤਾ ਸੀ, ਤੂੰ ਨਮਾਜ਼ ਪੜ੍ਹੇਗਾ ਅਸੀਂ ਵੀ ਪੜਾਂਗੇ, ਤੂੰ ਪੜ੍ਹੀ ਨਹੀਂ ਅਸੀਂ ਵੀ ਨਹੀਂ ਪੜ੍ਹੀ। ਕਹਿਣ ਲੱਗਾ ਮੈਂ ਪੜ੍ਹੀ। ਸਤਿਗੁਰੂ ਕਹਿਣ ਲੱਗੇ ਤੇਰੀ ਜ਼ੁਬਾਨ ਨੇ ਪੜ੍ਹੀ ਹੋਣੀ ਹੈ, ਤੂੰ ਤੇ ਘਰ ਗਿਆ ਹੋਇਆ ਸੀ ਕਿ ਘੋੜੀ ਦਾ ਵਛੇਰਾ ਖੂਹ ਚ ਨਾ ਡਿੱਗ ਜਾਏ, ਮੈਂ ਖੂਹ ਢੱਕ ਕੇ ਨਹੀਂ ਆਇਆ, ਤੂੰ ਤੇ ਵਛੇਰੇ ਦੀ ਸੰਭਾਲ ਕਰ ਰਿਹਾ ਸੀ। ਔਰ ਕਾਜ਼ੀ ਹੈਰਾਨ ਹੋਇਆ, ਵਾਕਈ ਸਤਿਗੁਰੂ ਪਤਾ ਹੀ ਨਹੀਂ ਲੱਗਿਆ ਕਦੋਂ ਨਮਾਜ਼ ਸ਼ੁਰੂ ਹੋਈ, ਕਦੋਂ ਮੁੱਕ ਵੀ ਗਈ, ਧਿਆਨ ਤੇ ਮੇਰਾ ਘਰੇ ਸੀ, ਵਛੇਰੇ ਚ। ਨਵਾਬ ਕਹਿਣ ਲੱਗਾ ਤੁਸੀਂ ਮੇਰੇ ਨਾਲ ਪੜ੍ਹ ਲੈਂਦੇ, ਮੈਂ ਤੇ ਪੜ੍ਹੀ ਸੀ। ਗੁਰੂ ਨਾਨਕ ਪਾਤਸ਼ਾਹ ਹੱਸ ਪਏ, ਕਿਉਂ ਆਪਣੀ ਪੋਲ ਖੁਲਾਨੇ? ਕਾਜ਼ੀ ਤੇ ਘਰ ਤੱਕ ਗਿਆ ਸੀ, ਤੂੰ ਕੰਧਾਰ ਚ ਘੋੜੇ ਖਰੀਦਦਾ ਫਿਰਦਾ ਸੀ, ਨਮਾਜ਼ ਤੂੰ ਵੀ ਨਹੀਂ ਪੜ੍ਹੀ। ਕਿਉਂ? ਸ਼ਬਦ ਪੜ੍ਹ ਰਿਹਾ ਹੈ, ਸੁਰਤ ਚ ਨਹੀਂ ਜਾ ਰਿਹਾ। ਗੁਰੂ ਦਾ ਗਿਆਨ ਸੁਰਤ ਵਿੱਚ ਨਹੀਂ ਜਾ ਰਿਹਾ। ਸ਼ਬਦ ਸੁਰ ਦਾ ਮੇਲ ਕੀ ਹੈ? ਮੰਨ ਜਿਵੇਂ ਕੋਈ ਕੱਪੜਾ ਸੀਵੇ, ਦੋ ਕੱਪੜੇ ਜੋੜ ਕੇ ਮਸ਼ੀਨ ਚ ਲਗਾ ਦੇ ਔਰ ਸਿਲਾਈ ਚੱਲ ਰਹੀ ਲੱਗ ਰਹੀ ਹੈ, ਤੇ ਬਾਅਦ ਚ ਬੰਦਾ ਦੋਨੋਂ ਕੱਪੜਿਆਂ ਨੂੰ ਕੱਢੇ ਤੇ ਦੋਨੋਂ ਕੱਪੜੇ ਅਲੱਗ ਹੋ ਜਾਣ। ਬੜੀ ਸੋਹਣੀ ਸਿਉਣ ਵੱਜ ਰਹੀ ਸੀ, ਕੱਪੜੇ ਜੁੜੇ ਨਹੀਂ, ਕੀ ਕਾਰਨ? ਕਾਰਨ ਇਹ, ਬਾਹਰੋਂ ਤੇ ਮਸ਼ੀਨ ਚ ਧਾਗਾ ਪਾਇਆ ਸੀ, ਅੰਦਰੋਂ ਫਿਰਕੀ ਚ ਧਾਗਾ ਨਹੀਂ ਸੀ ਪਾਇਆ। ਕਿਉਂਕਿ ਬਾਹਰਲਾ ਧਾਗਾ ਤੇ ਅੰਦਰਲਾ ਧਾਗਾ ਮਿਲ ਕੇ ਇੱਕ ਖਾਸ ਗੰਢ ਲਾਉਂਦੇ ਨੇ ਤੇ ਕੱਪੜਾ ਜੁੜ ਜਾਂਦਾ ਹੈ। ਸ਼ਬਦ ਦਾ ਧਾਗਾ ਜ਼ਬਾਨ ਤੇ ਹੈ, ਅੰਦਰ ਸੁਰਤੀ ਦਾ ਧਾਗਾ ਨਹੀਂ ਹੈ। ਤੇ ਮਨ ਕਿਵੇਂ ਰੱਬ ਨਾਲ ਜੁੜੇ, ਕਿਵੇਂ ਗੁਣਾ ਨਾਲ ਜੁੜੇ? ਜਿਹਨੂੰ ਭਗਤ ਨਾਮਦੇਵ ਜੀ ਨੇ ਹੋਰ ਤਰੀਕੇ ਨਾਲ ਕਹਿ ਦਿੱਤਾ, ਸੋਇਨੇ ਕੀ ਸੂਈ ਰੁਪਤੇ ਕਾ ਧਾਗਾ, ਸ਼ਬਦ ਸੋਨੇ ਵਰਗਾ ਕੀਮਤੀ ਹੈ ਸੂਈ ਦੀ ਤਰ੍ਹਾਂ। ਔਰ ਸੁਰਤੀ ਪਵਿੱਤਰ ਹੋਵੇ ਚਾਂਦੀ ਵਰਗੀ ਧਾਗਾ, ਤੇ ਜਿਸ ਦਿਨ ਸੁਰਤੀ ਧਾਗਾ ਸੂਈ ਚ ਪਰੋਇਆ ਜਾਏਗਾ, ਸੁਰਤੀ ਸ਼ਬਦ ਚ ਪਰੋਈ ਜਾਏਗੀ, ਉਸ ਦਿਨ ਆਪਣੇ ਆਪ ਹੀ ਮਨ ਚਰਨਾਂ ਚ ਸੀਤਾ ਜਾਏਗਾ। ਸੋਇਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿਤ ਹਰ ਸੁਨਾਗਾ। ਸ਼ਬਦ ਦਾ ਧਾਗਾ ਜ਼ੁਬਾਨ ਤੇ, ਸੁਰਤੀ ਦਾ ਧਾਗਾ ਅੰਦਰ, ਤਾਂ ਹੀ ਮਨ ਜੁੜੇਗਾ ਪ੍ਰਭੂ ਨਾਲ। ਇਹ ਹੈ ਸ਼ਬਦ ਸੁਰ ਦਾ ਮੇਲ। ਭਾਵ ਜੋ ਅਸੀਂ ਸ਼ਬਦ ਪੜ੍ਹ ਰਹੇ ਹਾਂ ਉਹਨੂੰ ਸੋਚ ਕੇ ਵਿਚਾਰ ਕੇ ਪੜ੍ਹੀਏ, ਤਾਂ ਕਿ ਸਾਡੀ ਸੁਰਤ ਵਿੱਚ, ਸੋਚ ਵਿੱਚ ਚਲਾ ਜਾਏ। ਜਦੋਂ ਸ਼ਬਦ ਗੁਰੂ ਦਾ ਗਿਆਨ ਸਾਡੀ ਸੋਚ ਮੰਡਲ ਵਿੱਚ ਚਲਾ ਜਾਏਗਾ, ਜਦੋਂ ਕਦੀ ਗਲਤ ਕਰਮ ਕਰਾਂਗੇ, ਗੁਰੂ ਦਾ ਸ਼ਬਦ ਆਵਾਜ਼ ਮਾਰ ਕੇ ਕਹੇਗਾ ਕੰਮ ਨਾ ਕਰ ਲਓ। ਚੋਰੀ ਕਰਨ ਲੱਗੇ, ਗੁਰੂ ਦਾ ਸ਼ਬਦ ਸੁਰਤ ਵਿੱਚ ਗਿਆ ਹੋਇਆ ਸੀ ਕਿ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਜਦੋਂ ਚੋਰੀ ਕਰਨ ਲੱਗਿਆ, ਸੁਰਤੀ ਵਿੱਚੋਂ ਸ਼ਬਦ ਗੂੰਜ ਉੱਠਿਆ ਕਿ ਤੇਰੇ ਗੁਰੂ ਨੇ ਕਿਹਾ ਹੈ ਚੋਰ ਕੀ ਹਾਮਾ ਭਰੇ ਨਾ ਕੋਏ, ਹੱਥ ਉਸੇ ਪਲ ਪਿੱਛੇ ਹਟ ਗਏ। ਸ਼ਬਦ ਸੁਰ ਦਾ ਮੇਲ ਹੈ ਇਹ, ਇਹਨੂੰ ਕਹਿੰਦੇ ਨੇ ਸ਼ਬਦ ਸੁਰ ਦਾ ਮੇਲ। ਹੁਣ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਸੁਰ ਦਾ ਮੇਲ ਦੁਨੀਆ ਨੂੰ ਸਿਖਾਇਆ ਸੀ, ਅੱਗੇ ਡਿਊਟੀ ਲੱਗ ਗਈ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ। ਹੁਣ ਉਹ ਸ਼ਬਦ ਸੁਰ ਦੀ ਵਰਖਾ ਕਰਦੇ ਨੇ। ਉਹ ਲੋਕੋ ਆਪਣੀ ਸੁਰਤ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਲਓ, ਆਪਣੀ ਸੋਚ ਮੰਡਲ ਦੇ ਵਿੱਚ ਗੁਰੂ ਦਾ ਗਿਆਨ ਵਸਾ ਲਓ। ਤਾਤੇ ਅੰਗਦ ਅੰਗ ਸੰਗ ਪਿਓ ਸਾਇਰ। ਜੇ ਗੁਰੂ ਸਮੁੰਦਰ ਹੈ ਤੇ ਹੁਣ ਸਮੁੰਦਰ ਦਾ ਪਾਣੀ ਹੀ ਭਾਫ ਬਣ ਕੇ ਉਡੇਗਾ, ਬੱਦਲ ਬਣੇਗਾ ਤੇ ਵਰਖਾ ਹੋਏਗੀ ਨਾ। ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਸਮੁੰਦਰ ਤੇ ਹਨ, ਹੁਣ ਵਰਖਾ ਕਰ ਰਹੇ ਨੇ ਉਹ ਸ਼ਬਦ ਸੁਰ ਦੀ। ਭਾਵ ਸੁਰਤੀ ਚ ਕਿਵੇਂ ਸ਼ਬਦ ਨੂੰ ਜੋੜਨਾ ਹੈ,
ਤਿੰਨ ਉਸ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਸ਼ਬਦ ਸੁਰਤ ਕੀਨੀ ਵਰਖਾਈ, ਸ਼ਬਦ ਦੇ ਵਿੱਚ ਧਿਆਨ ਨੂੰ ਜੋੜਨ ਦੀ ਇੱਕ ਵਰਖਾ ਕਰ ਦਿੱਤੀ ਵੀ ਸ਼ਬਦ ਵਿੱਚ ਧਿਆਨ ਨੂੰ ਕਿਵੇਂ ਜੋੜਨਾ ਹੈ, ਸੁਰਤੀ ਨੂੰ ਕਿਵੇਂ ਜੋੜਨਾ ਹੈ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਇੱਥੇ ਅਮਰਦਾਸ ਤੇ ਸੱਸੀ ਨੂੰ ਔਂਕੜ ਨਹੀਂ ਲੱਗੀ ਕਿਉਂਕਿ ਅੱਗੇ ਸੰਬੰਧਕ ਆ ਗਿਆ ਕੀ ਪ੍ਰੈਪੋਜੀਸ਼ਨ ਨੇ ਅਮਰਦਾਸ ਤੇ ਸੱਸੀ ਦੀ ਔਂਕੜ ਖਤਮ ਕਰ ਦਿੱਤੀ। ਤੇ ਜਿੱਦਾਂ ਦਾ ਨਾਮ ਉਦਾਂ ਦਾ ਵਿਸ਼ੇਸ਼ਣ। ਅਮਰਦਾਸ ਦਾ ਵਿਸ਼ੇਸ਼ਣ ਹੈਗਾ ਗੁਰ, ਇਸ ਕਰਕੇ ਗੁਰ ਦੇ ਵਿਰਾਰੇ ਦੀ ਔਂਕੜ ਹਟ ਗਈ। ਗੁਰ ਅਮਰਦਾਸ ਕੀ ਭਾਵ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਅਕਥ ਕਥਾ ਹੈ। ਜਿਹੜੀ ਕਥਾ ਹੈ ਉਹਨਾਂ ਦੇ ਜੀਵਨ ਦੀ ਆਤਮਿਕ ਅਵਸਥਾ ਉਹ ਕਥੀ ਨਹੀਂ ਜਾ ਸਕਦੀ। ਇੱਥੇ ਕਥਾ ਦਾ ਭਾਵ ਆਤਮਿਕ ਜੀਵਨ ਦੀ ਕਥਾ, ਜਿਹੜੀ ਨਿਰਾਲੀ ਹੋ ਜਾਂਦੀ ਗੁਰੂ ਦੇ ਨਾਲ ਜੁੜ ਕੇ, ਅਦਭੁਤ ਹੋ ਜਾਂਦੀ ਗੁਰੂ ਨਾਲ ਜੁੜ ਕੇ, ਉਹ ਵਾਲੀ ਕਥਾ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹਰੀ ਦੀ ਕਥਾ ਜੀਵਨ ਦੀ ਜਾਂਚ ਅਦਭੁਤ ਨਿਰਾਲੀ ਕਰ ਦਿੰਦੀ ਹੈ, ਜੀਵਨ ਦੀ ਕਥਾ ਵੀ ਨਿਰਾਲੀ ਹੋ ਜਾਂਦੀ। ਗੁਰੂ ਅਮਰਦਾਸ ਪਾਤਸ਼ਾਹ ਦੇ ਆਤਮਿਕ ਜੀਵਨ ਦੀ ਅਵਸਥਾ ਜਿਹੜੀ ਹੈ ਉਹ ਕਥਨ ਤੋਂ ਪਰੇ ਹੈ। ਉਹਨਾਂ ਦੇ ਅੰਦਰ ਦੀ ਹਾਲਤ ਕੋਈ ਕਿਵੇਂ ਦੱਸ ਸਕਦਾ ਹੈ? ਜੀਵ ਸਾਡੀ ਇੱਕ ਹੈ, ਇੱਕ ਜੀ ਮੈਨੇ ਜੀਵ, ਜੀ ਇਸਤਰੀ ਲਿੰਗ ਸ਼ਬਦ ਹੋਣ ਕਰਕੇ ਹਾਹਾ ਮੁਕਤਾ ਆ ਗਿਆ, ਔਂਕੜ ਨਹੀਂ ਆਈ। ਤੇ ਉਹਦਾ ਵਿਸ਼ੇਸ਼ਣ ਇੱਕ, ਹੁਣ ਜਿੱਦਾਂ ਦਾ ਨਾਮ ਉਦਾਂ ਦਾ ਵਿਸ਼ੇਸ਼ਣ। ਇਸਤਰੀ ਲਿੰਗ ਨਾਉ ਹਾਹਾ ਮੁਕਤਾ ਹੈ, ਆਖਰੀ ਅੱਖਰ ਮੁਕਤ ਹੈ, ਤੇ ਉਹਦਾ ਵਿਸ਼ੇਸ਼ਣ ਵੀ ਕੱਕਾ ਮੁਕਤਾ ਆ ਗਿਆ। ਇੱਕ ਜੀ, ਜਿੱਥੇ ਇੱਕ ਦੇ ਕੱਕੇ ਨੂੰ ਔਂਕੜ ਨਾ ਹੋਵੇ ਉੱਥੇ ਇਸਤਰੀ ਲਿੰਗ ਵਾਸਤੇ ਇੱਕ ਹੈਗਾ, ਜਿੱਥੇ ਇੱਕ ਦੇ ਕੱਕੇ ਨੂੰ ਔਂਕੜ ਹੋਵੇ ਉੱਥੇ ਪੁਲਿੰਗ ਵਾਸਤੇ ਇੱਕ ਲਫ਼ਜ਼ ਹੈ, ਜਿੱਥੇ ਇੱਕ ਦੇ ਕੱਕੇ ਨੂੰ ਸਿਹਾਰੀ ਹੋਵੇ ਉੱਥੇ ਬਹੁਵਚਨ ਅਰਥ ਬਣ ਜਾਏਗਾ ਕਈ। ਗੁਰਾ ਇੱਕ ਦੇ ਬੁਝਾਈ, ਬੁਝਾਈ ਮੈਨੇ ਸਮਝ, ਇੱਕ ਸਮਝ, ਉੱਥੇ ਇੱਕ ਦੇ ਕੱਕੇ ਨੂੰ ਔਂਕੜ ਨਹੀਂ ਆਏਗੀ। ਸਭਨਾ ਜੀਆਂ ਕਾ ਇੱਕ ਦਾਤਾ, ਦਾਤਾ ਪੁਲਿੰਗ ਹੈ, ਉਹਨਾਂ ਦਾ ਵਿਸ਼ੇਸ਼ਣ ਇੱਕ ਜਿਹੜਾ ਹੈ ਕੱਕੇ ਨੂੰ ਔਂਕੜ ਲੱਗ ਜਾਏਗੀ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆਂ, ਭਵਾਈਆਂ ਬਹੁਵਚਨ ਆ ਗਿਆ, ਉੱਥੇ ਇੱਕ ਦੇ ਕੱਕੇ ਨੂੰ ਸਿਹਾਰੀ ਹੈ, ਮੈਨੇ ਕਈ ਉਹਦੇ ਮਾਲਕ ਦੇ ਨਿਯਮਾਂ ਦੇ ਵਿੱਚ ਭਟਕਦੇ ਫਿਰਦੇ ਨੇ। ਇੱਕ ਜੀ, ਜੀਵ ਇਸਤਰੀ ਲਿੰਗ ਦਾ ਵਿਸ਼ੇਸ਼ਣ ਇੱਕ ਵੀ ਕੱਕਾ ਮੁਕਤਾ ਆ ਗਿਆ। ਕਛ ਕਹੀ ਨਾ ਜਾਈ, ਮੇਰੀ ਜੀਵ ਇੱਕ ਹੈ, ਕਿਵੇਂ ਮੈਂ ਕਵਾਂ? ਟੂਟੀ ਚੋਂ ਜਰਾ ਜਰਾ ਜਿੰਨਾ ਪਾਣੀ ਤੇ ਬਾਹਰ ਆ ਸਕਦਾ ਹੈ, ਪਰ ਸਾਰਾ ਸਮੁੰਦਰ ਨਹੀਂ ਬਾਹਰ ਆ ਸਕਦਾ। ਮੈਂ ਆਪਣੀ ਜੀਵ ਦੀ ਟੂਟੀ ਦੇ ਰਾਹੀਂ ਥੋੜੀ ਥੋੜੀ ਸਿਫਤ ਗਾ ਸਕਦਾ ਗੁਰੂ ਦੀ, ਪਰ ਮੈਂ ਗੁਰੂ ਦਾ ਸਾਰਾ ਆਤਮਿਕ ਜੀਵਨ ਦਾ ਸਾਗਰ ਕਿਵੇਂ ਦੱਸਾਂ? ਜਿਹਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੂ ਅੰਤ ਨਾ ਕਨੀ ਲਈ ਹੈ। ਗੁਰੂ ਦੇ ਪ੍ਰਭੂ ਦੇ ਗੁਣ ਬੇਸ਼ੁਮਾਰ ਅਥਾਹ ਨੇ, ਇੱਕ ਜੀਵ ਟੂਟੀ ਦੇ ਵਿੱਚੋਂ ਸਾਰਾ ਸਮੁੰਦਰ ਬਾਹਰ ਨਹੀਂ ਆ ਸਕਦਾ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਗੁਰੂ ਅਮਰਦਾਸ ਪਾਤਸ਼ਾਹ ਦੇ ਆਤਮਿਕ ਜੀਵਨ ਦੀ ਅਵਸਥਾ ਕਥਨ ਤੋਂ ਪਰੇ ਹੈ। ਮੇਰੀ ਇੱਕ ਜੀਵ ਹੈ, ਭੱਟ ਕੀਰਤ ਜੀ ਆਖਦੇ ਨੇ, ਮੇਰੀ ਇੱਕ ਜੀਵ ਹੈ, ਕਛ ਕਹੀ ਨਾ ਜਾਈ। ਉਹਨਾਂ ਦੇ ਆਤਮਿਕ ਜੀਵਨ ਦੀ ਅਵਸਥਾ ਇਹਦੇ ਨਾਲ ਕੁਝ ਵੀ ਆਖੀ ਨਹੀਂ ਜਾ ਸਕਦੀ। ਸੋਢੀ ਸ੍ਰਿਸ਼ਟ ਸਗਲ ਤਾਰਨ ਕੋ, ਹੱਥ ਲਿਖਤ ਕਈ ਕੁਝ ਬੀੜਾਂ ਦੇ ਵਿੱਚ ਸ੍ਰਿਸ਼ਟ ਟੈਂਕਾ ਪੂਰਾ ਆਇਆ ਹੋਇਆ, ਇੱਥੇ ਪੈਰ ਵਿੱਚ ਸ੍ਰਿਸ਼ਟ, ਸ੍ਰਿਸ਼ਟੀ ਜਿਹੜਾ ਹੈ ਉਹ ਆਪਣੀ ਮੌਲਿਕ ਸਿਹਾਰੀ ਆਖਰੀ ਨਾਲ ਲੈ ਕੇ ਆਇਆ ਸ਼ਬਦ ਹੈ, ਔਰ ਇਸਤਰੀ ਲਿੰਗ ਸ਼ਬਦ ਹੈ, ਸ੍ਰਿਸ਼ਟੀ ਤੋਂ ਬਣਿਆ ਇਹ। ਸਕਲ ਤਾਰਨ ਕੋ, ਸਕਲ ਕਿਉਂਕਿ ਸ੍ਰਿਸ਼ਟੀ ਇਸਤਰੀ ਲਿੰਗ ਸ਼ਬਦ ਹੈ, ਉਹਦਾ ਜਿਹੜਾ ਵਿਸ਼ੇਸ਼ਣ ਸਕਲ ਹੈ ਉਹ ਵੀ ਲੱਲਾ ਮੁਕਤਾ ਆ ਗਿਆ। ਤਾਰਨ ਕੋ, ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਸਤੇ, ਸਾਰੀ ਦੁਨੀਆ ਨੂੰ ਤਾਰਨ ਵਾਸਤੇ ਸੋਢੀ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਨੇ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਉਸ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੂੰ ਹੁਣ ਵਡਿਆਈ ਮਿਲ ਗਈ। ਇੱਥੇ ਰਾਮਦਾਸ ਦੇ ਸੱਸੀ ਨੂੰ ਔਂਕੜ ਤਾਂ ਨਹੀਂ ਆਈ, ਕਉ ਸੰਬੰਧਕ ਅੱਗੇ ਲੱਗ ਗਿਆ, ਰਾਮਦਾਸ ਦੀ ਔਂਕੜ ਕੱਟੀ ਗਈ। ਉਹਨਾਂ ਦਾ ਵਿਸ਼ੇਸ਼ਣ ਗੁਰ ਜਿਹੜਾ ਉਹਦੀ ਵੀ ਔਂਕੜ ਕੱਟੀ ਗਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਸੋਢੀ ਇੱਥੇ ਰੁਕਣਾ ਹੈਗਾ। ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਹੁਣ ਗੁਰੂ ਅਮਰਦਾਸ ਪਾਤਸ਼ਾਹ ਤੋਂ ਸਾਰੀ ਸ੍ਰਿਸ਼ਟੀ ਨੂੰ ਤਾਰਨ ਦੇ ਲਈ ਸੋਢੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਵਡਿਆਈ ਮਿਲ ਗਈ ਹੈ। ਭੱਟ ਕੀਰਤ ਜੀ ਦੇ ਇਹਨਾਂ ਤਿੰਨ ਸਵਈਆਂ ਦੀ ਅੱਜ ਅਸੀਂ ਵਿਚਾਰ ਸਾਂਝੀ ਕੀਤੀ ਹੈ। ਅਗਲਾ ਇੱਕ ਸਵਈਆ ਭੱਟ ਕੀਰਤ ਜੀ ਦਾ ਰਹਿ ਗਿਆ। ਉਸ ਤੋਂ ਬਾਅਦ ਫਿਰ ਭੱਟ ਸਲ ਜੀ ਦੇ ਦੋ ਸਵਈਏ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਦੇ, ਤਿੰਨ ਸਵਈਆਂ ਦੇ ਵਿਚਾਰ ਅਗਲੇਰੇ ਦਿਨਾਂ ਵਿੱਚ ਅਸੀਂ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਪਾਸੋਂ ਵਿਚਾਰਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ।
ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।